ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ। ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੇ ਜੋ ਵਾਰਤਕ ਸੰਖੇਪ ਸਾਖੀਆਂ ਕਥਾ ਸਰਵਣ ਕਰ ਰਹੇ ਹੋ। ਤੋ ਕੱਲ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਸਰਵਣ ਕਰਦਿਆਂ ਇੱਥੇ ਤੱਕ ਸਰਵਣ ਕਰ ਲਏ ਕਿ ਪਹਾੜੀ ਰਾਜੇ ਜਿਹੜੇ ਆ ਉਹ ਇਕੱਠੇ ਹੋਏ ਨੇ ਤੇ ਉਹਨਾਂ ਨੇ ਮਨ ਵਿੱਚ ਹੋਇਆ ਕਿ ਇਕੱਠੇ ਹੋ ਕੇ ਕਿਸਮਤ ਅਜਮਾਈ ਕਰ ਲਈਏ ਪਹਿਲਾਂ ਆਪਾਂ ਤੇ ਫਿਰ ਆਪਾਂ ਜਿਹੜਾ ਹੈ ਜੇਕਰ ਗੁਰੂ ਸਾਧਿਆਗਾ ਠੀਕ ਹੈ ਤਾਂ ਬਾਦਸ਼ਾਹੀ ਫੌਜ ਦੇ ਆਸਾਨ ਖਰਚ ਤੋਂ ਬਚ ਜਾਵਾਂਗੇ। ਨਹੀਂ ਫਿਰ ਇੱਕੋ ਇੱਕ ਆਪਣੇ ਕੋਲੇ ਹੱਲ ਹੈ ਕਿ ਬਾਦਸ਼ਾਹ ਔਰੰਗਜ਼ੇਬ ਦੇ ਜਾ ਕੇ ਪੈਰ ਫੜਾਂਗੇ। ਇਹ ਪੱਕੀ ਸਲਾਹ ਕਰਕੇ ਸਾਰਿਆਂ ਰਾਜਿਆਂ ਨੇ ਇੱਕ ਚਿੱਠੀ ਇਸ ਤਰ੍ਹਾਂ ਲਿਖ ਕੇ ਗੁਰੂ ਸਾਹਿਬ ਜੀ ਦੇ ਕੋਲੇ ਭੇਜੀ ਕਿ ਅਸੀਂ ਤਾਂ ਹੁਣ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੱਦੀ ਨਸ਼ੀਨ ਜਾਣ ਕੇ ਤੁਹਾਡੀਆਂ ਜੋਗ ਵਰੀਆਂ ਸਹਾਰਦੇ ਰਹੇ ਹਾਂ, ਪਰ ਤੁਹਾਡੇ ਸਿੱਖਾਂ ਨੇ ਪ੍ਰਣਾਲਾ ਉੱਥੇ ਹੀ ਰੱਖਿਆ। ਬੜੇ ਅਚਰਜ ਦੀ ਗੱਲ ਹੈ ਕਿ ਨਾਲੇ ਸਾਡੀ ਪਰਜਾ ਨੂੰ ਲੁੱਟਣਾ ਨਾਲੇ ਸਾਨੂੰ ਘੂਰਨਾ। ਇਹ ਮਹਾਰਾਜ ਕਦੋਂ ਕੁ ਤੱਕ ਪੁੱਗੂਗਾ? ਅਸੀਂ ਬਥੇਰਾ ਟਾਲਾ ਕੀਤਾ ਪਰ ਤੁਸੀਂ ਉਪੱਦਰ ਕਰਨੋਂ ਕਰਾਉਣੋਂ ਟਲਦੇ ਨਹੀਂ। ਇਸ ਕਰਕੇ ਸਾਨੂੰ ਫਿਰ ਦੁਖੀ ਹੋ ਕੇ ਸ਼ਾਸਤਰ ਚੁੱਕਣੇ ਪੈਣਗੇ। ਜੇ ਤੁਸੀਂ ਸਮਝੋ ਕਿ ਲੜਾਈ ਕਰਨੀ ਚੰਗੀ ਨਹੀਂ ਹੈ ਤਾਂ ਸਿੱਖ ਕੋਈ ਸਾਡੇ ਦੇਸ਼ ਵਿੱਚ ਨਾ ਵੜੇ। ਤੁਸੀਂ ਆਨੰਦਪੁਰ ਦੀ ਜੂਹ ਵਿੱਚ ਸ਼ਿਕਾਰ ਖੇਡੋ, ਲੱਕੜੀਆਂ ਲਓ, ਆਨੰਦ ਨਾਲ ਬੈਠੋ। ਜੇ ਇਹ ਗੱਲ ਨਹੀਂ ਮੰਨਣੀ ਤਾਂ ਫਿਰ ਅਸੀਂ ਵੀ ਛਤਰੀ ਰਾਜੇ ਹਾਂ, ਤੁਹਾਨੂੰ ਆਨੰਦਪੁਰ ਦੀ ਮੌਜ ਨਹੀਂ ਮਾਣਨ ਦੇਵਾਂਗੇ।
ਰਾਜਿਆਂ ਦੀ ਇਹ ਚਿੱਠੀ ਦਾ ਉੱਤਰ ਗੁਰੂ ਪਾਤਸ਼ਾਹ ਮਹਾਰਾਜ ਨੇ ਦਿੱਤਾ ਕਿ ਖਾਲਸਾ ਸਦਾ ਹੀ ਜੰਗ ਨੂੰ ਤਿਆਰ ਹੈ। ਮਰਨੋਂ ਮਾਰਨੋਂ ਡਰਨਾ ਸੂਰਮਿਆਂ ਦਾ ਕੰਮ ਨਹੀਂ, ਤੁਸੀਂ ਬੇਸ਼ੱਕ ਚੱਲੇ ਆਓ। ਇਹ ਉੱਤਰ ਸੁਣ ਕੇ ਸਾਰੇ ਰਾਜੇ ਚਮਕੇ। ਉਸੇ ਵੇਲੇ ਜੰਗ ਦੀ ਤਿਆਰੀ ਕਰਤੀ, ਆਪੋ ਆਪਣੀ ਫੌਜ ਨੂੰ ਦਾਰੂ ਸਿੱਕਾ ਸ਼ਸਤਰ ਵੰਡੇ। ਚੌਥੇ ਕੁ ਦਿਨ ਨਗਾਰੇ ਵਜਾਉਂਦੇ ਸਭ ਰਾਜੇ 8-10 ਹਜ਼ਾਰ ਸਿਪਾਹੀ ਲੈ ਕੇ ਚੜ੍ਹ ਆਏ। ਇਹ ਖਬਰ ਸੁਣ ਕੇ ਗੁਰੂ ਖਾਲਸੇ ਨੇ ਵੀ ਬੜੇ ਉਤਸ਼ਾਹ ਦੇ ਨਾਲ ਝਟਪਟ ਜੰਗ ਦੀ ਤਿਆਰੀ ਕਰਕੇ ਬਾਹਰ ਮੋਰਚੇ ਕਾਇਮ ਕਰ ਲਏ। ਗੁਰੂ ਸਾਹਿਬ ਵੀ ਜਿਵੇਂ ਜਰਾਸੰਧ ਨੂੰ ਮਾਰਨ ਵਾਸਤੇ ਕ੍ਰਿਸ਼ਨ ਭਗਵਾਨ ਜੀ ਯਾਦਮਾਂ ਨੂੰ ਲੈ ਕੇ ਚੜ੍ਹੇ ਸੀ, ਉਹ ਮਹਾਰਾਜ ਹਾਥੀ ਪਰ ਸਵਾਰ ਹੋ ਕੇ ਖਾਲਸੇ ਸਮੇਤ ਮੋਰਚਿਆਂ ਵਿੱਚ ਜਾ ਖੜੇ। ਧੂਏ ਤੇ ਧੂੜ ਨਾਲ ਆਕਾਸ਼ ਭਰ ਗਿਆ। ਗੁਰੂ ਸਾਹਿਬ ਇੱਕ ਪਾਸੇ ਖੜੇ ਹੋ ਕੇ ਤਮਾਸ਼ਾ ਵੇਖ ਰਹੇ ਸੀ। ਤਦ ਨੂੰ ਰਾਜਾ ਹੰਡੂਰੀਆ ਭੂਪ ਚੰਦ ਤੇ ਦੇਵ ਸ਼ਰਨ ਵਜ਼ੀਰ ਸਿੰਘ ਮੋਰਚੇ ਨੂੰ ਅੱਗੇ ਵਧਾ ਕੇ ਖਾਲਸੇ ਦੇ ਨੇੜੇ ਢੁੱਕ ਪਏ। ਗੁਰੂ ਪਾਤਸ਼ਾਹ ਦਾ ਹੁਕਮ ਸੀ ਕਿ ਮੋਰਚਿਆਂ ਤੋਂ ਬਾਹਰ ਹੋ ਕੇ ਤੁਸੀਂ ਨਹੀਂ ਲੜਨਾ। ਮੋਰਚਾ ਤੁਹਾਡਾ ਕੋਈ ਨਾ ਤੋੜ ਸਕੇਗਾ, ਇਹ ਯਾਦ ਰੱਖਣਾ। ਜਦੋਂ ਪਹਾੜੀਏ ਐਨ ਨੇੜੇ ਆ ਟੁਕੇ ਤਾਂ ਫਿਰ ਸਿੰਘ ਤਲਵਾਰਾਂ ਸੂਤ ਕੇ ਜਾ ਪਏ। ਤੀਰ ਗੋਲੀ ਤਾਂ ਬੰਦ ਹੋ ਗਿਆ, ਪਰ ਦੋਹਾਂ ਪਾਸਿਆਂ ਤੋਂ ਤਲਵਾਰਾਂ ਦਾ ਜੰਗ ਹੋਣ ਲੱਗਿਆ। ਲਹੂ ਦੀਆਂ ਘਰਾਲਾਂ ਟਿੱਬੀਆਂ ਤੋਂ ਵਗ ਪਈਆਂ। ਲੋਥ ਨਾਲ ਲੋਥਾਂ ਰਲ ਗਈਆਂ। ਲੱਤਾਂ ਬਾਹਾਂ ਸਿਰ ਧੜ ਵੱਢੇ ਹੋਏ ਥਾਂ ਥਾਂ ਨਜ਼ਰ ਪੈਣ। ਧੂਏ ਤੇ ਗਰਦੀ ਦੇ ਅੰਧੇਰੇ ਵਿੱਚ ਤਲਵਾਰਾਂ ਬਿਜਲੀ ਵਾਂਗੂ ਚਮਕਦੀਆਂ ਸੀ। ਮਾਰੋ ਮਾਰ ਦੀ ਆਵਾਜ਼ ਤੇ ਘੋੜਿਆਂ ਦੇ ਹਣਕਾਰ ਨਾਲ ਆਕਾਸ਼ ਗੂੰਜ ਉੱਠਿਆ। ਓੜਕ ਸਿੰਘਾਂ ਦੀ ਤਲਵਾਰ ਨੇ ਪਹਾੜੀ ਅੱਗੇ ਲਾ ਲਏ ਤੇ ਜਦੋਂ ਉਹ ਤਿੱਤਰ ਬਿੱਤਰ ਹੋਣ ਲੱਗੇ, ਖਾਲਸਾ ਗੁਰੂ ਸਾਹਿਬ ਦਾ ਹਟਾਇਆ ਵੀ ਨਹੀਂ ਹਟਿਆ, ਉਹਨਾਂ ਤੇ ਹੱਲਾ ਕਰਕੇ ਜਾ ਪਿਆ। ਇਧਰ ਗੁਰੂ ਸਾਹਿਬ ਨੇ ਫਿਰ ਕਿ ਸਿੱਖਾਂ ਨੂੰ ਮਾਣ ਜਾ ਹੋ ਗਿਆ ਹੈ, ਇਹ ਤੋੜਨ ਵਾਸਤੇ ਜਦੋਂ ਦਲ ਵਡਾਰ ਘੋੜੇ ਦੀ ਵਾਗ ਆਨੰਦਪੁਰ ਸਾਹਿਬ ਵੱਲ ਮੋੜੀ, ਪਹਾੜੀਆਂ ਨੇ ਦੂਜੇ ਪਾਸੋਂ 4000 ਸਿਪਾਹੀ ਜਿਹੜਾ ਸੀ ਉਹ ਬਿਸਮਿਆ ਹੋਇਆ ਸਿੰਘਾਂਪੁਰ ਲਿਆ ਪਾਇਆ, ਜਿਸ ਕਰਕੇ ਉਹਨਾਂ ਨੇ ਸਿੰਘਾਂ ਨੂੰ ਇੱਕ ਵਾਰੀ ਬੇਵਲ ਕਰਤਾ। ਭਾਈ ਦਇਆ ਸਿੰਘ ਘੋੜਾ ਦੌੜਾ ਕੇ ਗੁਰੂ ਸਾਹਿਬ ਨੂੰ ਜਾ ਕੇ ਮਿਲੇ ਤੇ ਜੰਗ ਵਿੱਚ ਜਾਣ ਵਾਸਤੇ ਬਹੁਤ ਬੇਨਤੀ ਕੀਤੀ, ਪਰ ਗੁਰੂ ਸਾਹਿਬ ਨੇ ਉਦੋਂ ਇੱਕ ਨਾ ਮੰਨੀ। ਮਹਾਰਾਜ ਕਹਿੰਦੇ, ਭਾਈ ਅਸੀਂ ਤੁਹਾਨੂੰ ਕਿਹਾ ਸੀ ਵੀ ਮਗਰ ਨਹੀਂ ਜਾਣਾ ਤੁਸੀਂ। ਤਦ ਨੂੰ ਭਾਈ ਨੁਰੰਗ ਸਿੰਘ ਨੇ ਗੁਰੂ ਸਾਹਿਬ ਜੀ ਦੇ ਘੋੜੇ ਅੱਗੇ ਲੀਕ ਖਿੱਚ ਕੇ ਬਚਨ ਕੀਤਾ। ਘੋੜੇ ਨੂੰ ਕਿਹਾ, ਭਾਈ ਦਲ ਵਡਾਰ ਤੈਨੂੰ ਗੁਰੂ ਸਾਹਿਬ ਦੀ ਸਹੁੰ ਹੈ ਜੇ ਲਕੀਰ ਟੱਪੇ। ਇਹ ਸੁਣ ਕੇ ਘੋੜਾ ਉਸੇ ਥਾਂ ਖੜਾ ਹੋ ਗਿਆ। ਗੁਰੂ ਪਾਤਸ਼ਾਹ ਮਹਾਰਾਜ ਨੇ ਕੁਝ ਅੱਡੀਆਂ ਮਾਰੀਆਂ, ਪਰ ਘੋੜੇ ਨੇ ਇੱਕ ਪੈਰ ਵੀ ਅੱਗੇ ਨਹੀਂ ਪੁੱਟਿਆ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ, ਉਹ ਭਾਈ ਦਲ ਵਡਾਰ ਤੂੰ ਪਿਛਲੇ ਜਨਮ ਦਾ ਮਸੰਦ ਹੈ, ਸਿੱਖਾਂ ਦੇ ਘਰੋਂ ਪਦਾਰਥ ਛਕਦਾ ਰਿਹਾ ਨਾ, ਇਸ ਕਰਕੇ ਹੁਣ ਲਿਹਾਜ਼ ਵੀ ਸਿੱਖਾਂ ਦੀ ਕਰਦਾ ਹੈ। ਤੇ ਉਹਨਾਂ ਦੀ ਮੰਨ ਕੇ ਖੜ ਗਿਆ। ਗੁਰੂ ਨਾਲੋਂ ਖਾਲਸਾ ਡਾਢਾ ਹੈ। ਇਹ ਬਚਨ ਕਰਕੇ ਫਿਰ ਉਸੇ ਥਾਂ ਮੁੜ ਕੇ ਗੁਰੂ ਸਾਹਿਬ ਜੀ ਫਿਰ ਤੀਰ ਛੱਡਣ ਲੱਗੇ। ਸਿੰਘ ਵੀ ਇੱਕੋ ਵਾਰੀ ਫਿਰ ਭੁੱਖੇ ਸ਼ੇਰਾਂ ਵਾਂਗੂ ਦੁਸ਼ਮਣਾਂ ਤੇ ਜਾ ਪਏ, ਜਿਸ ਕਰਕੇ ਫੇਰ ਬਲਮੇਲ ਜੰਗ ਮਚਿਆ। ਦੜਾ ਦੜ ਡਿੱਗਣ ਲੱਗੇ, ਲੋਥਾਂ ਪਰ ਲੋਥਾਂ ਚੜੀਆਂ। ਅਖੀਰ ਪਹਾੜੀਆਂ ਨੂੰ ਭੱਜਣ ਦੀ ਪਈ। ਕਈ ਰਾਜੇ ਘੋੜੇ ਭਜਾ ਭਜਾ ਕੇ ਫੌਜ ਨੂੰ ਮੋੜ ਰਹੇ ਸੀ, ਪਰ ਸਿਪਾਹ ਨਾ ਠਹਿਰੀ। ਖਾਲਸਾ ਫਿਰ ਫਤਿਹ ਦੇ ਨਗਾਰੇ ਵਜਾ ਕੇ ਆਨੰਦਪੁਰ ਸਾਹਿਬ ਆਇਆ। ਜਿਹੜੇ ਸ਼ਹੀਦ ਹੋਏ ਉਹ ਸੰਸਕਾਰ ਕੀਤਾ, ਜ਼ਖਮੀਆਂ ਦੇ ਜ਼ਖਮ ਸਵਾਏ, ਕੜਾਹ ਪ੍ਰਸ਼ਾਦ ਛਕਾਇਆ ਤੇ ਪਹਾੜੀਆਂ ਦੇ ਘਰ ਸਿਆਪੇ ਹੋਣ ਲੱਗੇ। ਓੜਕ ਜਦੋਂ ਸਾਰੇ ਰਾਜਿਆਂ ਨੇ ਬਿਲਾਸਪੁਰ ਬੈਠ ਕੇ ਫਿਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆਪਣੇ ਵਕੀਲ ਨੂੰ ਸਹਾਇਤਾ ਮੰਗਣ ਲਈ ਭੇਜ ਕੇ ਇਹ ਅਰਜੀ ਲਿਖੀ ਕਿ ਹੈ ਹਜ਼ਰਤ ਪਨਾਹ ਦੋ ਜਹਾਂ ਮਕਬੂਲ ਦਰਗਹ ਅਜ਼ਦੀ ਗੁਜ਼ਾਰਿਸ਼ ਸਿਦਵੀਅਨ। ਇਹ ਹੈ ਕਿ ਇੱਕ ਗੁਰੂ ਨਾਨਕ ਸ਼ਾਹ ਫਕੀਰ ਪੰਜਾਬੀ ਹੋਇਆ, ਜਿਸ ਦੇ ਹਿੰਦੂ ਮੁਸਲਮਾਨ ਜ਼ਾਹਰ ਜਹਾਨ ਸੱਚਾ ਪੀਰ ਮੰਨ ਕੇ ਬੇਅੰਤ ਲੋਕ ਉਸ ਦੇ ਮੁਰੀਦ ਹੋ ਗਏ ਨੇ।
ਉਸ ਦੀ ਅੱਗੇ 9ਵੀਂ ਜਗ੍ਹਾ ਗੱਦੀ ਨਸ਼ੀਨ ਗੁਰੂ ਤੇਗ ਬਹਾਦਰ ਜੀ ਹੋਏ, ਜਿਨ੍ਹਾਂ ਨੂੰ ਇਹ ਬਾਦਸ਼ਾਹ ਤੁਹਾਡੇ ਹੁਕਮ ਨਾਲ ਦਿੱਲੀ ਵਿੱਚ ਕਤਲ ਕੀਤਾ ਗਿਆ ਹੈ। ਹੁਣ ਉਹਨਾਂ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਆਪਣੇ ਬਾਪ ਦਾ ਵੈਰ ਲੈਣ ਲਈ ਫੌਜ ਤੇ ਜੰਗੀ ਸਮਾਨ ਜਮ੍ਹਾਂ ਕਰ ਰਿਹਾ ਹੈ। ਇੱਕ ਨਵਾਂ ਖਾਲਸਾ ਸਿੰਘ ਪਦਵੀ ਵਾਲਾ ਉਹਨੇ ਐਸਾ ਲੜਾਕਾ ਪ੍ਰਗਟ ਕੀਤਾ ਜਿਹਦੀ ਅੰਨ ਬਿਨਾਂ ਤਾਂ ਸਰ ਜੇ, ਪਰ ਜੰਗ ਬਿਨਾਂ ਨਹੀਂ ਸਰਦੀ। ਸਾਡਾ ਸਾਰਾ ਦੇਸ਼ ਉਹਨਾਂ ਲੁਟੇਰਿਆਂ ਨੇ ਲੁੱਟ ਖੋਹ ਕੇ ਕੰਗਾਲ ਕਰ ਛੱਡਿਆ ਹੈ। ਸਾਰੀ ਹਿੰਦੁਸਤਾਨ ਤੇ ਪੰਜਾਬ ਦੇ ਰਹਿਣ ਵਾਲੇ ਧਾੜਵੀ, ਡਾਕੂ, ਚੋਰ, ਬਦਮਾਸ਼ ਉਹਨਾਂ ਦੇ ਕੋਲ ਇਕੱਠੇ ਹੋ ਰਹੇ ਹੈ। ਸਾਰੇ ਮੁਲਕ ਮਾਲਵੇ ਪੰਜਾਬ ਦੇ ਮੁਰੀਦ 10ਵਾਂ ਹਿੱਸਾ ਕਮਾਈ ਵਿੱਚੋਂ ਉਸ ਗੁਰੂ ਨੂੰ ਦਾਨ ਦਿੰਦੇ ਨੇ ਤੇ ਜੰਗ ਦੇ ਸਮੇਂ ਉਹਦੇ ਥਾਂ ਸਿਰ ਦੇਣ ਨੂੰ ਤਿਆਰ ਨੇ। ਅਸੀਂ ਅਨੇਕਾਂ ਵਾਰੀ ਆਪਣੀ ਫੌਜ ਇਕੱਠੀ ਕਰਕੇ 22 ਧਾਰ ਦੇ ਰਾਜਿਆਂ ਨੇ ਲੜਾਈ ਕੀਤੀ, ਪਰ ਅਸੀਂ ਭਾਜ ਖਾਂਦੇ ਰਹੇ। ਓੜਕ 2-3 ਵਾਰੀ ਨਾਜ਼ਮ ਸਰਹੰਦ ਕੋਲੋਂ ਵੀ ਸ਼ਾਹੀ ਫੌਜ ਲਿਜਾ ਕੇ ਉਹਨਾਂ ਨੂੰ ਆਨੰਦਪੁਰ ਚੋਂ ਕੱਢਣਾ ਚਾਹਿਆ, ਪਰ ਉਹ ਖਬਰੇ ਕੀ ਜਾਦੂ ਕਰਦੇ ਆ, ਸ਼ਾਹੀ ਫੌਜ ਹਾਰ ਕੇ ਚਲੀ ਗਈ। ਹੁਣ ਸਾਨੂੰ ਤਾਂ ਉਹਨਾਂ ਨੇ ਡਰਾ ਲਿਆ ਹੈ ਤੇ ਤੁਹਾਡੇ ਨਾਲ 2 ਹੱਥ ਕਰਨ ਨੂੰ ਤਿਆਰ ਨੇ। ਉਮੀਦ ਹੈ ਕਿ ਥੋੜੇ ਹੀ ਦਿਨਾਂ ਵਿੱਚ ਦਿੱਲੀ ਤੇ ਹੱਲਾ ਕਰਕੇ ਉਹ ਗਦਰ ਮਚਾਉਣਗੇ। ਉਹਨਾਂ ਨੂੰ ਹੁਣੇ ਸਾਧਿਆ ਜਾਵੇ ਤਾਂ ਚੰਗਾ, ਨਹੀਂ ਫਿਰ ਖਰਾਬੀ ਹੋਵੇਗੀ। ਇਹ ਹਾਲ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੇ ਲੋਹੇ ਲਾਖੇ ਹੋ ਕੇ ਝੱਟ ਸੂਬੇ ਸਰਹੰਦ ਦੇ ਨਾਮ ਗੁਰੂ ਸਾਹਿਬ ਦੀ ਗ੍ਰਿਫਤਾਰੀ ਵਾਸਤੇ ਪਰਵਾਨਾ ਭੇਜ ਕੇ ਅਮੀਰ ਖਾਂ 10 ਹਜ਼ਾਰੀ ਤਰਵਾੜੀ ਵਾਲੇ ਨੂੰ ਤੇ ਨਜਾਬਦ ਖਾਂ, ਹੈਬਤ ਖਾਂ, ਸੈਦ ਖਾਂ, ਰਮਜ਼ਾਨ ਖਾਂ, ਦੀਨਾ ਬੇਗ ਖਾਂ ਇਤਿਆਦਿਕ ਫੌਜਦਾਰਾਂ ਨੂੰ 20,000 ਫੌਜ ਦੇ ਕੇ ਤੋਰਿਆ। ਇਸੇ ਸਮੇਂ ਇੱਕ ਸਿੱਖ ਕਾਬਲੀ ਮੱਲ, ਪਿਸ਼ੌਰ ਦਾ ਰਹਿਣ ਵਾਲਾ, ਇਹ ਚੰਗਾ ਪਿਸ਼ੌਰੀ ਹਾਕਮ ਸੀ, ਕਈ ਹਜ਼ਾਰ ਰੁਪਈਆ ਦਸਵੰਧ ਦਾ ਤੇ ਹਥਿਆਰ, ਸ਼ਸਤਰ, ਘੋੜੇ ਗੁਰੂ ਸਾਹਿਬ ਦੇ ਨਜ਼ਰਾਨਾ ਕਰਕੇ 50 ਸਿਪਾਹੀ ਸੂਰਵੀਰ ਆਪਣੇ ਵੱਲੋਂ ਗੁਰੂ ਸਾਹਿਬ ਜੀ ਦੀ ਟਹਿਲ ਸੇਵਾ ਵਿੱਚ ਛੱਡ ਗਿਆ ਸੀ। ਉਹਦੀ ਦੇਖਾ ਦੇਖੀ ਹੋਰ ਵੀ 2-4 ਸਿੱਖਾਂ ਨੇ ਆਦਮੀ ਨੌਕਰ ਰੱਖ ਕੇ ਗੁਰੂ ਸਾਹਿਬ ਦੇ ਕੋਲ ਭੇਜ ਛੱਡੇ ਸੀ। ਉਸੇ ਸਮੇਂ ਇੱਕ ਦਿਨ ਸਿੱਖਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਵੀ ਦੱਸੋ, ਚਰਨ ਪਹੁਲ ਚੰਗੀ ਹੈ ਕਿ ਖੰਡੇ ਦੀ ਪਾਹਲ ਚੰਗੀ ਹੈ? ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੰਘੋ, ਰਹਿਤ ਚੰਗੀ ਹੈ। ਜਤ ਸਤ ਰੱਖਣਾ, ਪਰ ਧਨ ਪਰ ਨਾਰੀ ਵੱਲ ਨਹੀਂ ਤੱਕਣਾ। ਸਤ ਸੰਤੋਖ, ਧਰਮ, ਧੀਰਜ, ਮੈਤਰੀ, ਮੁੱਦਤਾ, ਕਰੁਣਾ, ਉਪੇਖਿਆ, ਇਹੋ ਜਿਹੇ ਅਧਿਆਦਿਕ ਦੈਵੀ ਗੁਣ ਧਾਰਨ ਕਰਨੇ ਨੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, ਹੋਰ ਗੁਰਬਾਣੀ ਪੜ੍ਹਨੀ, ਧਰਮ ਦੀ ਕਿਰਤ ਕਰਕੇ ਖਾਣਾ ਤੇ ਖਵਾਉਣਾ, ਗੁਰਮੁਖੀ ਵਿਦਿਆ ਪੜ੍ਹਨੀ, ਸੁੱਧੀ ਸਾਦੀ ਕਿਰਿਆ ਰੱਖਣੀ ਹੈ, ਰੰਗ ਕੋਈ ਨਾ ਪਹਿਨਣਾ, ਭਾਵ ਕਿ ਭੜਕਾਲੂ ਜਿਹੜੇ ਆ, ਭੜਕਾਵੇ ਵਾਲੇ ਇਸ ਤਰ੍ਹਾਂ ਨਹੀਂ। ਸ਼ਰਾਬ ਨਹੀਂ ਪੀਣੀ, ਲੁਕਾ ਕੇ ਨਹੀਂ ਖਾਣਾ, ਕਿਉਂਕਿ ਲੁਕਾ ਕੇ ਖਾਣਾ ਗੰਦਗੀ ਹੈ, ਦਿਖਾ ਕੇ ਖਾਣਾ ਸ਼ਰਮੰਦਗੀ ਹੈ ਤੇ ਵੰਡ ਕੇ ਖਾਣਾ ਬੰਦਗੀ ਹੈ। ਘਰ ਆਏ ਸਿੱਖ ਭਾਈ ਦੀ ਟਹਿਲ ਕਰਨੀ, ਬਿਹਾਰ ਦੇ ਵਿੱਚ ਕਪਟ ਛਲ ਨਹੀਂ ਕਰਨਾ, ਤੁਰਕ ਨੂੰ ਸਿਰ ਨਹੀਂ ਨਮਾਉਣਾ ਤੇ ਨਾ ਸੰਗਤ ਕਰਨੀ ਹੈ। ਬ੍ਰਾਹਮਣ ਅਗਰ ਸਿੱਖ ਹੋ ਜਾਵੇ ਤਾਂ ਉਸ ਨੂੰ ਦਾਨ ਦੇਣਾ, ਧੀ ਭੈਣ ਦਾ ਪੈਸਾ ਨਹੀਂ ਖਾਣਾ, ਕੰਨਿਆ ਨਹੀਂ ਮਾਰਨੀ। ਸਿੱਖ ਦੇ ਬੇਟੇ ਗੁਰਮੁਖ ਨੂੰ ਵੇਖ ਕੇ ਹੀ ਬੇਟੀ ਦਾ ਆਨੰਦ ਪੜਾ ਦੇਣਾ ਹੈ। ਕਰਜ਼ਾ ਚੁੱਕ ਕੇ ਬੇਟੀ ਬਹੂ ਨੂੰ ਗਹਿਣਾ ਨਹੀਂ ਪਾਵਣਾ ਤੇ ਕੋਈ ਹੋਰ ਦਾਤ ਨਹੀਂ ਦੇਣੀ। ਮੜੀ, ਮਸਾਣੀ, ਗੁੱਗਾ, ਮੀਰਾਂ, ਸਰਵਰ, ਪੀਰਖਾਨੇ, ਸ਼ਿਵਾਲੇ, ਦਿਵਾਲਿਆਂ ਨੂੰ ਨਹੀਂ ਮੰਨਣਾ ਤੇ ਨਾ ਹੀ ਇਹਨਾਂ ਦੇ ਮੰਨਣ ਵਾਲਿਆਂ ਨੂੰ ਕੋਈ ਦਾਨ ਦੇਵਣਾ ਹੈ। ਅਕਾਲ ਪੁਰਖ ਦੇ ਹੁਕਮ ਤੇ ਸ਼ਾਕਰ ਦੇ ਭਾਣੇ ਵਿੱਚ ਰਾਜੀ ਰਹਿਣਾ ਹੈ। ਸਰਾਧ ਦੀ ਥਾਂ ਤੇ ਆਪਣੇ ਕੁਲ ਬਿਰਧਾਂ ਨੂੰ, ਜਿਹੜਾ ਭਾਵ ਕੋਈ ਵੱਡਾ ਬਜ਼ੁਰਗ ਹੈ, ਉਹਨੂੰ ਮਨ ਵਾਂਛਿਤ ਭੋਜਨ ਛਕਾ ਕੇ ਤ੍ਰਿਪਤ ਕਰਨਾ ਹੈ। ਇਹੋ ਹੀ ਪ੍ਰਤੱਖ ਸੱਚਾ ਪਿਤਰ ਪੂਜਣ ਹੈ। ਪੂਜਾ ਦਾ ਧਾਨ ਗ੍ਰਹਿਣ ਕਰਨਾ, ਅਮਾਵਸ, ਵਿਅਤੀਪਾਤ, ਸੰਕਰਾਂਤ, ਤੀਰਥਪੁਰ ਦਾਨ ਨਹੀਂ ਲੈਣਾ।
ਆਪਣੀ ਕਮਾਈ ਦਾ ਪਦਾਰਥ ਖਾਣਾ ਪਹਿਨਣਾ ਤੇ ਵਰਤਣਾ ਹੈ। ਭਾਈ ਸਿੱਖੋ, ਗੁਰੂ ਪਰਮੇਸ਼ਰ ਨੂੰ ਭੇਖ ਪਿਆਰਾ ਨਹੀਂ, ਰਹਿਤ ਪਿਆਰੀ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਭਾਈ ਸਿੱਖੋ, ਕਰਮ ਧਰਮ, ਰਹਿਤ, ਸ਼ਕਤੀ ਕਰਨੀ, ਇਹ ਸਭ ਦੋ ਪ੍ਰਕਾਰ ਦੀ ਹੈ। ਕਰਮ ਧਰਮ ਕਿਹੜੇ ਆ? ਰਹਿਤ ਕੀ, ਸ਼ਕਤੀ ਕਰਨੀ। ਇੱਕ ਤਾਂ ਹੈ ਰੂਹਾਨੀ, ਦੂਜੀ ਹੈ ਮਹਾਰਾਜ ਕਹਿੰਦੇ ਜਿਸਮਾਨੀ। ਜਿਹੜੀ ਕਿਰਿਆ ਸਰੀਰ ਦੇ ਨਾਲ ਰਹਿੰਦੀ ਹੈ ਤੇ ਇਹਦੇ ਨਿਵਰਤ ਹੋਇਆਂ ਨਿਵਰਤ ਹੋ ਜਾਂਦੀ ਹੈ, ਉਹ ਜਿਸਮਾਨੀ ਸਦਾਉਂਦੀ ਹੈ। ਜਿਹੜੀ ਕਰਨੀ ਤੇ ਦੈਵੀ ਜਾਂ ਅਸੁਰੀ ਗੁਣ ਦੀ ਪੰਗਤੀ ਜੀਵ ਆਤਮਾ ਦੇ ਨਾਲ ਰਹਿੰਦੀ ਹੈ, ਉਹਨੂੰ ਰੂਹਾਨੀ ਆਖੀਦਾ ਹੈ। ਜੋ ਪੁਰਖ ਜਾਣ ਬੁੱਝ ਕੇ ਭਖ ਅਭਖ ਨਹੀਂ ਛੱਡਦਾ, ਉਹ ਚਾਹੇ ਜਾਤ ਦਾ ਬ੍ਰਾਹਮਣ ਵਿਦਵਾਨ ਜਾਂ ਗੁਰੂ ਕਾ ਸਿੱਖ ਵੀ ਹੈ, ਜੇ ਅਗਰ ਉਹ ਭਖ ਨਹੀਂ ਛੱਡਦਾ ਹੈ ਤਾਂ ਉਸ ਨੂੰ ਚੰਡਾਲ ਸਮਝ ਕੇ ਤਿਆਗ ਦੇਣਾ ਹੈ। ਹੁੱਕਾ ਪੀਣ ਵਾਲੇ ਨੂੰ ਚੰਡਾਲ ਤੋਂ ਵੀ ਬੁਰਾ ਮੰਨਣਾ ਹੈ। ਇਹ ਉਹ ਜਦੋਂ ਉਪਦੇਸ਼ ਦੇ ਰਹੇ ਸੀ, ਇਸੇ ਸਮੇਂ ਇੱਕ ਸਿੱਖਣੀ ਰੋ ਰਹੀ ਸੀ। ਉਹਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਦੀਵਾਨ 'ਚ ਬੁਲਾ ਕੇ ਰੋਣ ਦਾ ਕਾਰਨ ਪੁੱਛਿਆ। ਕਹਿਣ ਲੱਗੀ, ਮਹਾਰਾਜ ਮੇਰਾ ਪਤੀ ਤੁਹਾਡੇ ਦਰਸ਼ਨਾਂ ਲਈ ਦਸਵੰਧ ਦੀ ਕਾਰ ਭੇਟ ਲੈ ਕੇ ਆਨੰਦਪੁਰ ਆਇਆ ਸੀ, ਸੋ ਇੱਥੇ ਹੀ ਧਰਮ ਯੁੱਧ ਵਿੱਚ ਸ਼ਹੀਦ ਹੋ ਗਿਆ ਹੈ। ਹੁਣ ਮੇਰਾ ਆਸਰਾ ਹੋਰ ਕੋਈ ਨਹੀਂ। ਰਿਜ਼ਕ ਤੋਂ ਤੰਗ ਹੋ ਕੇ ਘਰੋਂ ਨਿਕਲ ਆਈ ਆ ਤੇ ਉਹਨੂੰ ਰੋਂਦੀ ਆ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੁੱਤਰੀ ਤੂੰ ਉਸ ਨੂੰ ਨਾ ਰੋ, ਰੋਈ ਦਾ ਉਹਨੂੰ ਆ ਜਿਹੜਾ ਮਰ ਕੇ ਅਵਗਤ ਜਾਵੇ। ਜਿਹੜਾ ਕੋਈ ਗਲਤ ਮਾੜੇ ਕਰਮ ਕਰਦਾ ਸੀ, ਉਹ ਮਰ ਕੇ ਅਧੋਗਤੀ ਵਿੱਚ ਪੈਂਦਾ, ਉਹ ਜਿਹਾ ਨੂੰ ਰੋਵੋ। ਯੁੱਧ ਦੇ ਵਿੱਚ ਮਰਨ ਵਾਲਾ ਅਧੋਗਤੀ 'ਚ ਨਹੀਂ, ਅਵਗਤ ਨਹੀਂ ਜਾਂਦਾ ਹੈ, ਉਹਨੂੰ ਮੋਕਸ਼ ਪਦਵੀ ਮਿਲਦੀ ਹੈ। ਜਿਹੜੇ ਯੋਧੇ ਸਦਾ ਸ਼ਾਸਤਰਾਂ ਦਾ ਅਭਿਆਸ ਕਰਦੇ ਤੇ ਯੁੱਧ ਦੇ ਵਿੱਚ ਦੇਹ ਛੱਡਣ ਦੀ ਇੱਛਾ ਰੱਖਦੇ ਨੇ, ਜਦੋਂ ਜੰਗ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਖੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ, ਰੋਮ ਖੜੇ ਹੋ ਜਾਂਦੇ ਨੇ। ਸੱਜੇ ਖੱਬੇ ਮਾਰਦਾ ਹੋਇਆ ਭਾਜ ਪਈ ਤੋਂ ਵੀ ਰਣ ਭੂਮੀ ਵਿੱਚ ਥੰਬੇ ਵਾਂਗੂ ਪੈਰ ਗੱਡ ਕੇ ਲੜਦਾ ਰਹਿੰਦਾ ਹੈ। ਮਰਨੋਂ ਮਾਰਨੋਂ ਨਹੀਂ ਡਰਦਾ ਤੇ ਨਿਸ਼ਚਾ ਇਹ ਰੱਖਦਾ ਹੈ ਕਿ ਜਿੰਨੇ ਦਿਨ ਗੁਰੂ ਸਾਹਿਬ ਨੇ ਜਿਵਾਉਣਾ ਹੈ ਓਨੇ ਦਿਨ ਹੀ ਜਿਉਣਾ ਹੈ, ਵੱਧ ਘੱਟ ਤਾਂ ਸਵਾਸ ਹੋਣੇ ਨਹੀਂ। ਇਹ ਭਰੋਸਾ ਤੇ ਮੁਕਤ ਹੋਣ ਦੀ ਇੱਛਾ ਰੱਖਦਾ ਹੈ ਔਰ ਅੰਤ ਨੂੰ ਜੂਝ ਕੇ ਡਿੱਗਦਾ ਹੈ ਤਾਂ ਸਾਜੁਜ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ। ਜੇ ਉਹਨੂੰ ਰਾਜ ਕਰਨ ਦੀ ਵਾਸ਼ਨਾ ਫੁਰਿਆਵੇ ਤਾਂ ਫਿਰ ਸਵਰਗ ਦੇ ਅਤ ਉੱਤਮ ਭੋਗ ਕਰਕੇ ਫਿਰ ਮੁਕਤ ਹੁੰਦਾ ਹੈ। ਉਹ ਉੱਤਮ ਯੋਧਾ ਹੈ। ਇਹੋ ਪਦਵੀ ਪੂਰਨ ਜੋਗੀਸ਼ਰਾਂ ਤੇ ਸੱਚੇ ਭਗਤਾਂ ਨੂੰ ਮਿਲਦੀ ਹੈ। ਜਿਹੜਾ ਸੂਰਵੀਰ ਆਪਣੇ ਸੁਆਮੀ ਮਾਲਕ ਤੋਂ ਡਰਦਾ ਜਾਂ ਆਪਣੀ ਮਰਦਾਨਗੀ ਦਿਖਾਉਣ ਲਈ ਜਾਂ ਲੋਕ ਲਾਜ ਦਾ ਮਾਰਿਆ ਜਾਂ ਰਾਜੇ ਤੋਂ ਇਨਾਮ ਸੁਜਸ ਲੈਣ ਦੀ ਇੱਛਾ ਰੱਖ ਕੇ ਵੀ ਸਿਰੋਂ ਪਰੇ ਹੋ ਕੇ ਲੜਦਾ ਹੈ ਤੇ ਭਾਜ ਪਈ ਤੋਂ ਪਿੱਛੋਂ ਭੱਜਦਾ ਹੈ ਜਾਂ ਸ਼ਤਰੂ ਨੂੰ ਭਜਾ ਦਿੰਦਾ ਹੈ, ਉਹ ਮੱਧਮ ਯੋਧਾ ਜੋਗੀ ਸਰੂਪ ਮੁਕਤੀ ਜਾਂ ਸਵਰਗ ਦਾ ਅਧਿਕਾਰੀ ਪਾਉਂਦਾ ਹੈ। ਮੱਧਮ ਜੋਗੀ ਤੇ ਭਗਤ ਵੀ ਇਹੋ ਹੀ ਪਦਵੀ ਪਾਉਂਦੇ ਨੇ, ਜੋ ਕੇਵਲ ਧਨ ਦੀ ਜਾਂ ਰਾਜ ਦੀ ਇੱਛਾ ਰੱਖ ਕੇ ਜਾਂ ਲੋਕ ਲਾਜ ਦੇ ਮਾਰੇ ਲੜਦੇ ਤੇ ਭਜਦਿਆਂ ਨਾਲ ਭਜਦੇ, ਉਹਨੂੰ ਅਦਮ ਸੂਰਮਾ ਕਿਹਾ ਜਾਂਦਾ ਹੈ, ਨੀਵਾਂ ਸੂਰਮਾ। ਜੰਗ ਦੇ ਵਿੱਚ ਜੂਝ ਕੇ ਸਾਲੋਕ ਮੁਕਤੀ ਜਾਂ ਸਵਰਗ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹੋ ਹੀ ਦਰਜਾ ਅਦਮ ਜੋਗੀਸ਼ਰਾਂ ਦਾ ਤੇ ਅਦਮ ਭਗਤਾਂ ਨੂੰ ਮਿਲਦਾ। ਤੇ ਸੋ ਐ ਦੇਵੀ, ਤੇਰਾ ਭਰਤਾ ਤਾਂ ਕੇਵਲ ਧਰਮ ਯੁੱਧ ਕਰਕੇ ਅਤੀ ਉੱਤਮ ਗਤੀ ਨੂੰ ਪਹੁੰਚ ਗਿਆ ਹੈ। ਤੂੰ ਉਹਦਾ ਭੋਰਾ ਭਰ ਵੀ ਸੋਗ ਨਾ ਕਰ। ਇਹ ਸੰਸਾਰ ਦੇ ਵਿਹਾਰ ਸਾਧਣ ਵਾਲੇ ਜਿਹੜਾ ਵੀ ਕੋਈ ਸਿੱਖ ਤੈਨੂੰ ਪਸੰਦ ਆਵੇ, ਜਾਤ ਪਾਤ ਦੇ ਬੰਧਨ ਨੂੰ ਛੱਡ ਕੇ ਨਿਸ਼ੰਗ ਹੋ ਕੇ ਉਹਦੀ ਬਾਹ ਫੜ ਲੈ, ਉਹਦੇ ਨਾਲ ਤੇਰਾ ਆਨੰਦ ਪੜਿਆ ਜਾਵੇਗਾ। ਇਹ ਬਚਨ ਮੰਨ ਕੇ ਫਿਰ ਉਸ ਸਿੰਘਣੀ ਨੇ ਭਾਈ ਨੁਰੰਗ ਸਿੰਘ, ਜਿਹੜੇ ਗੁਰੂ ਮਹਾਰਾਜ ਦੇ ਸੇਵਕ ਸਨ, ਉਹਨਾਂ ਨਾਲ ਆਪਣਾ ਆਨੰਦ ਪੜ੍ਹਾ ਲਿਆ। ਉਸ ਦਿਨ ਤੋਂ ਗੁਰੂ ਕੇ ਸਿੱਖਾਂ ਵਿੱਚ ਵਿਧਵਾ ਤੇ ਦੂਸਰੇ ਪੁਰਖ ਨਾਲ ਆਨੰਦ ਪੜ੍ਹੇ ਜਾਣ ਦੀ ਫਿਰ ਰੀਤੀ ਚੱਲ ਪਈ।
ਖੱਤਰੀ ਬ੍ਰਾਹਮਣ ਰਾਜਪੂਤ ਸਿੱਖ ਵੀ ਵਿਧਵਾ ਦਾ ਆਨੰਦ ਪੜਾਉਣ ਲੱਗ ਪਏ। 60 ਕੁ ਸਾਲ ਤਾਈਂ ਹੋਈ ਰਿਵਾਜ ਸਰਬ ਜਾਤ ਦੇ ਸਿੰਘਾਂ ਵਿੱਚ ਬਣਿਆ ਰਿਹਾ। ਸੰਮਤ 1830 ਦੇ ਵਿੱਚ ਜਦੋਂ ਸਿੰਘ ਰਾਜੇ ਸਰਦਾਰ ਬਣ ਕੇ ਵੱਡੇ ਸਦਾਉਣ ਲੱਗ ਪਏ ਤੇ ਮੁੜ ਕੁਝ ਹਿੰਦੂ ਬਣ ਬੈਠੇ, ਉਸ ਸਮੇਂ ਤੋਂ ਫੇਰ ਦੋਵੇਂ ਚਾਲਾਂ ਭੁੱਲ ਕੇ ਅੱਧ ਵਿੱਚ ਲਟ ਭਏ ਭਟਕਦੇ ਫਿਰਦੇ। ਕਿਉਂਕਿ ਭੱਦਣ, ਜਨੇਊ, ਧੋਤੀ ਆਦਿਕ ਹਿੰਦੂਆਂ ਦੀਆਂ ਰਸਮਾਂ ਛੱਡਣੇ ਕਰਕੇ ਪੂਰੇ ਹਿੰਦੂ ਬਣਾ ਰਹੇ, ਔਰ ਮੜੀਆਂ, ਦਿਵਾਲੇ, ਸ਼ਿਵਾਲੇ, ਗੰਗਾ ਆਦਿਕ ਨਦੀਆਂ ਵਿਪਰਾਂ ਦੇ ਮੰਨਣੇ ਪੂਜਣੇ ਕਰਕੇ ਹਿੰਦੂਆਂ ਵਾਲੇ ਸਾਰੇ ਚਾਲੇ ਸੰਭਾਲਣੇ ਕਰਕੇ ਪੂਰੇ ਸਿੰਘ ਵੀ ਨਾ ਰਹੇ। ਇਸ ਕਰਕੇ ਸਿੰਘਾਂ ਦਾ ਪੰਥ ਜੋ ਹੈ ਉਹ ਹਿੰਦੂ ਖਾਲਸਾ ਰਹਿ ਗਿਆ ਤੇ ਤਤ ਖਾਲਸਾ ਨਾ ਰਿਹਾ। ਉਸ ਸਮੇਂ ਪਾਣੀਪਤ ਦਾ ਰਹਿਣ ਵਾਲਾ ਇੱਕ ਸਿੱਖ, ਉਹਨੇ ਗੁਰੂ ਸਾਹਿਬ ਜੀ ਦੇ ਕੋਲੇ ਆ ਕੇ ਖਬਰ ਦਿੱਤੀ ਕਿ ਮਹਾਰਾਜ 30-35 ਹਜ਼ਾਰ ਜੰਗੀ ਸਿਪਾਹੀ ਬਾਦਸ਼ਾਹ ਵੱਲੋਂ ਦਿੱਲੀ ਵੱਲੋਂ ਆ ਰਿਹਾ ਹੈ ਤੇ ਉਹ ਕਹਿੰਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਤਣ ਵਾਸਤੇ ਚੱਲੇ ਆ। ਆਨੰਦਪੁਰ ਉਸ ਦੀ ਰਾਜਧਾਨੀ ਦੌਲਤ ਦਾ ਸਮੁੰਦਰ ਹੈ। ਲੁੱਟ ਕੇ 7 ਪੀੜ੍ਹੀਆਂ ਦੇ ਟੁਕੜੇ ਲਿਆਵਾਂਗੇ। ਜਿਹੜੀ ਅਰਜੀ ਸਾਰੇ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਬਾਦਸ਼ਾਹ ਕੋਲ ਭੇਜੀ ਸੀ, ਉਸ ਦੇ ਅਨੁਸਾਰ ਬਾਦਸ਼ਾਹ ਦੀ ਭੇਜੀ ਹੋਈ ਫੌਜ ਜਿਸ ਸਮੇਂ ਦਿੱਲੀ ਤੋਂ ਚੜ੍ਹੀ ਹੈ, ਸਾਰੇ ਦੇਸ਼ ਵਿੱਚ ਧੁੰਮ ਪੈ ਗਈ। ਬੇਸ਼ੁਮਾਰ ਸਿਦਕੀ ਸ਼ਰਧਾਲੂ ਸਿੱਖ ਆਪੋ ਆਪਣੇ ਘਰਾਂ ਤੋਂ ਖਰਚ ਬੰਨ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੇ ਹਾਜ਼ਰ ਹੋ ਗਏ। ਇਸੇ ਸਮੇਂ ਫਿਰ ਚੌਧਰੀ ਫੂਲ, ਉਹਦਾ ਪੁੱਤਰ ਰਾਮ ਸਿੰਘ ਤੇ ਤਰਲੋਕ ਸਿੰਘ ਇਤਿਆਦਿਕ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਹ ਹੁਕਮਨਾਮਾ ਭੇਜਿਆ ਸੀ ਕਿ ਤੁਸੀਂ ਅਸਵਾਰ ਲੈ ਕੇ ਸਾਡੇ ਕੋਲ ਆਵਣਾ, ਤੁਹਾਡਾ ਘਰ ਮੇਰਾ ਹੈ, ਮੇਰਾ ਘਰ ਤੁਹਾਡਾ ਹੈ। ਇਹਨਾਂ ਦੇ ਫਿਰ ਅੱਗੇ ਰਾਜ ਭਾਗ ਗੁਰੂ ਸਾਹਿਬ ਨੇ ਬਖਸ਼ੇ। ਰਾਮਾ ਤੇ ਤਰਲੋਕਾ ਫਿਰ ਜਦੋਂ ਇਹਨਾਂ ਅੰਮ੍ਰਿਤ ਛਕਿਆ, ਰਾਮ ਸਿੰਘ ਤਰਲੋਕ ਸਿੰਘ ਬਣੇ, ਔਰ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘਾਂ ਦਾ ਸੰਸਕਾਰ ਵੀ ਇਹਨਾਂ ਸਿੰਘਾਂ ਨੇ ਕੀਤਾ। ਗੁਰੂ ਮਹਾਰਾਜ ਨੇ ਫਿਰ ਇਹਨਾਂ ਨੂੰ ਰਿਆਸਤਾਂ ਦੇ ਰਾਜੇ ਬਣਾਇਆ। ਗੁਰੂ ਪਾਤਸ਼ਾਹ ਮਹਾਰਾਜ ਦੇ ਹੋਰ ਬਹੁਤ ਸਾਰੇ ਸਵਾਰ, ਪਿਆਦੇ, ਖੋਰੀਜ, ਬੜੇ ਮਸ਼ਹੂਰ ਜਿਹੜੇ ਬੰਦੂਕ ਚਲਾਉਣ ਵਾਲੇ, ਔਰ ਆਨੰਦਪੁਰ ਗੁਰੂ ਕੀ ਸੇਵਾ ਵਿੱਚ ਭੇਜੇ। ਇਸੇ ਤਰ੍ਹਾਂ ਹੋਰ ਜਿਹੜੇ ਨਾਮੀ ਚੌਧਰੀਆਂ ਸਿੱਖਾਂ ਸਰਦਾਰਾਂ ਨੇ ਵੀ ਆਪਣੇ ਸਿਪਾਹੀ ਆਦਮੀ ਭੇਜੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੋਲੇ 10-12 ਹਜ਼ਾਰ ਸੂਰਬੀਰ ਜਮ੍ਹਾਂ ਹੋ ਗਿਆ। ਆਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ, ਹੋਲਗੜ੍ਹ ਚਾਰੇ ਕਿਲੇ ਕਾਇਮ ਕਰ ਲਏ। ਉਧਰੋਂ ਜਦੋਂ ਸਰਹੰਦ ਵਿੱਚੋਂ ਸ਼ਾਹੀ ਫੌਜ, ਨਾਜ਼ਮ ਦੀ ਫੌਜ ਸਰਹੰਦ ਵਾਲੇ ਦੀ, ਇਹਨੂੰ ਨਾਲ ਲੈ ਕੇ ਰੋਪੜੋਂ ਅੱਗੇ ਵਧੀ ਤਾਂ ਉਸੇ ਤਾਂ ਸਾਰੇ ਪਹਾੜੀ ਰਾਜੇ ਫਿਰ ਆਪੋ ਆਪਣੀ ਫੌਜ ਸਮੇਤ ਉੱਥੇ ਬਾਦਸ਼ਾਹੀ ਸੈਨਾ ਨੂੰ ਜਾ ਕੇ ਮਿਲੇ, ਜਿਸ ਕਰਕੇ ਇੱਕ ਬਹੁਤ ਵੱਡਾ ਭਾਰੀ ਲਸ਼ਕਰ ਹੋ ਗਿਆ, ਜਿਹਨੂੰ ਦੇਖ ਕੇ ਆਮ ਲੋਕ ਮੂੰਹੋਂ ਮੂੰਹ 1.25 ਲੱਖ ਤੱਕ ਆਖਦੇ ਨੇ। ਇਹ ਬੇਗਿਣਤ ਵੈਰੀਆਂ ਦੇ ਆਉਣ ਦੀ ਆਵਾਜ਼ ਸੁਣ ਕੇ ਰਣ ਸਿੰਘ, ਸ਼ਾਮ ਸਿੰਘ, ਆਲਮ ਸਿੰਘ, ਨੁਰੰਗ ਸਿੰਘ, ਉਦੇ ਸਿੰਘ, ਵੀਰ ਸਿੰਘ, ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਦੇਵਾ ਸਿੰਘ, ਟੇਕ ਸਿੰਘ, ਗਿਆਨ ਸਿੰਘ, ਇਹ ਮਾਨ ਸਿੰਘ, ਕਾਲਾ ਸਿੰਘ, ਜੇਠਾ ਸਿੰਘ, ਸੰਤ ਸਿੰਘ, ਇਹ ਸਾਰੇ ਗੁਰੂ ਕੇ ਜਥੇਦਾਰ ਸੀ। ਇਹਨਾਂ ਨੇ ਵੀ ਸਨਦਬੱਧ ਹੋ ਕੇ ਸਤਿਗੁਰਾਂ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਆਗਿਆ ਹੋਵੇ ਤਾਂ ਅੱਗੇ ਜਾ ਕੇ ਮੈਦਾਨ ਵਿੱਚ ਮੋਰਚੇ ਕਾਇਮ ਕਰੀਏ। ਸਭ ਤੋਂ ਪਹਿਲਾਂ ਗੁਰੂ ਕੇ ਹੁਕਮ ਅਨੁਸਾਰ ਮੇਮੂ ਖਾਂ ਤੇ ਸੈਦ ਖਾਂ ਨੇ, ਜਿਹੜੇ ਗੁਰੂ ਕੇ ਮੁਲਾਜ਼ਮ ਜਥੇਦਾਰ ਸੀ, ਵੱਧ ਕੇ ਫਿਰ ਮੈਦਾਨੇ ਜੰਗ ਵਿੱਚ ਝੰਡੇ ਗੱਡੇ। ਗੁਰੂ ਸਾਹਿਬ ਵੀ 4,000 ਸਿੰਘ ਨੂੰ ਤਿਆਰ ਕਰਕੇ ਉਹਨਾਂ ਦੇ ਮੋਰਚੇ ਪਿੱਛੇ ਜਾ ਖੜੇ। ਉਧਰੋਂ ਸ਼ਾਹੀ ਅਫਸਰ ਅਮੀਰ ਖਾਂ ਨੇ ਆਪਣੀ ਫੌਜ ਅੱਗੇ ਵਧਾ ਕੇ ਸੈਦ ਬੇਗ ਖਾਂ ਦੇ ਮੋਰਚੇ ਪਰ ਜਮੂਰੇ ਤੇ ਕੁੜਨੈਲ ਤੋਪਾਂ ਦੇ ਗੋਲੇ ਮਾਰਨੇ ਆਰੰਭ ਕਰਤੇ, ਜਿਸ ਕਰਕੇ ਸੈਦ ਬੇਗ ਤੇ ਮੇਮੂ ਖਾਂ ਇਹ ਮੁਸਲਮਾਨ ਸਨ, ਗੁਰੂ ਮਹਾਰਾਜ ਦੀ ਫੌਜ 'ਚ ਭਰਤੀ, ਤੇ ਇਹ ਇੱਕ ਜਥੇ ਦੇ ਦੋਵੇਂ ਜਿਹੜੇ ਆ ਸਰਦਾਰ ਸੀ।
ਪਹਿਲਾਂ ਤਾਂ ਆਪਣੀ ਫੌਜ ਮੋਰਚੇ ਚੁੱਪਚਾਪ ਬਿਠਾ ਰੱਖੀ। ਗੋਲੇ ਗੋਲੀਆਂ ਤੀਰ ਉੱਤੋਂ ਦੀ ਲੰਘੇ, ਅੱਗੇ ਡਿੱਗਦੇ ਰਹੇ। ਜਦੋਂ ਸ਼ਾਹੀ ਫੌਜ ਅੱਗੇ ਵੱਧਦੀ ਐਨ ਮਾਰ ਹੇਠ ਆ ਗਈ ਤਾਂ ਸੈਦ ਬੇਗ ਖਾਂ ਇਹਨੇ ਖਾਲਸੇ ਦਾ ਹੱਲਾ ਕਰਾ ਕੇ ਜਾ ਪਿਆ। ਬਹੁਤ ਬਗਮੇਲ ਮਿਲ ਕੇ ਲੜਾਈ ਮਚਾਤੀ। ਸਿੰਘਾਂ ਦੇ ਪਹਿਲਾਂ ਹੱਥ ਸਮਝ ਕੇ ਸ਼ੇਰਾਂ ਵਾਂਗੂ ਅਜਿਹੀਆਂ ਝੁੱਟੀਆਂ ਕੀਤੀਆਂ ਕਿ ਜੋ ਹਰੇ ਨਾਮ ਸਾਈਂ ਦਾ ਜਿਸ ਜੰਗ ਨੂੰ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਤੁਰਕ ਹੈਰਾਨ ਹੋਏ। ਉਹ ਹਥਾਬਥੀ ਦੇ ਵਿੱਚ ਸੈਦ ਬੇਗ ਖਾਂ ਨੇ ਅੱਗੇ ਵੱਧ ਕੇ ਰਾਜੇ ਹਰੀ ਚੰਦ ਨੂੰ, ਜਿਹੜਾ ਅਮੀਰ ਖਾਂ ਦਾ ਅਗਵਾਨੀ ਹੋ ਕੇ ਸਿੱਖਾਂ ਦਾ ਭੇਤ ਦੱਸ ਰਿਹਾ ਸੀ, ਜਾ ਲਲਕਾਰਿਆ ਔਰ ਘੇਰ ਲਿਆ। ਦੋਹਾਂ ਬਹਾਦਰਾਂ ਨੇ ਮੱਥ ਕੇ ਦੁੰਦ ਜੁੱਧ ਤੇਗਾਂ ਅਨੇਕਾਂ ਦਾਓ ਘਾਓ ਕੀਤੇ। ਅੰਤ ਨੂੰ ਸੈਦ ਬੇਗ ਖਾਂ ਦੀ ਤੇਗ ਦਾ ਪੱਛ ਹਰੀ ਚੰਦ ਰਾਜਾ ਹੋ ਗਿਆ, ਦੋ ਧੜ ਹੋ ਕੇ ਡਿੱਗ ਪਿਆ। ਅਮੀਰ ਖਾਂ ਦਾ ਲਲਕਾਰਿਆ ਹੋਇਆ ਦੀਨ ਬੇਗ ਖਾਂ ਬਿਜਲੀ ਵਾਂਗੂ ਫਿਰ ਸੈਦ ਖਾਂ ਦੇ ਉੱਤੇ ਆ ਪਿਆ। ਭਾਵੇਂ ਉਹਦੇ ਅਨੇਕਾਂ ਵਾਰ ਸੈਦ ਖਾਂ ਨੇ ਰੋਕ ਰੋਕ ਕੇ ਉਹਨੂੰ ਵੀ ਸਖਤ ਜ਼ਖਮੀ ਕੀਤਾ ਤੇ ਉਹਦੇ ਘੋੜੇ ਨੂੰ ਮਾਰਿਆ, ਪਰ ਅੰਤ ਨੂੰ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਗਿਆ। ਧੰਨ ਗੁਰੂ ਕਹਿੰਦਾ ਹੋਇਆ ਗੁਰੂ ਕੇ ਲੋਕ ਨੂੰ ਚਲਿਆ ਗਿਆ। ਇਹਦਾ ਸੈਦ ਬੇਗ ਖਾਂ ਦਾ ਡਿੱਗਣਾ ਸਿੰਘਾਂ ਨੂੰ ਹੋਰ ਰੋਹ ਚੜਿਆ। ਮੇਮੂ ਖਾਂ ਸਭ ਖਾਲਸੇ ਦਾ ਹੱਲਾ ਕਰਾ ਕੇ ਜਾ ਪਿਆ। ਖਟਾ ਖਟ ਤਲਵਾਰਾਂ, ਬਰਛੇ, ਸੇਲੇ, ਸਹਿਥੀ, ਸੈਫਾਂ ਦੀ ਐਸੀ ਲੜਾਈ ਮਚਾਤੀ ਜੋ ਧਰਤੀ ਲਾਲੋ ਲਾਲ ਕਰਤੀ। ਜਿਵੇਂ ਕੇਸੂ ਤੇ ਸਿਮਲ ਦੇ ਫੁੱਲ ਝੜੇ ਹੋਏ ਧਰਤੀ ਤੇ ਪਏ ਹੁੰਦੇ ਆ, ਇਉਂ ਮਾਸ ਦੇ ਟੁਕੜੇ, ਲੋਹੂ ਦੇ ਗਤਲੇ ਤੇ ਹੱਥ ਪੈਰ ਸਿਰ ਲੱਤਾਂ ਬਾਹਾਂ ਇਉਂ ਬਹੁਤ ਖਿੰਡੇ ਬੇਖਰ ਸਿੱਟੇ ਹੋਏ ਪਏ ਐ। ਸੈਂਕੜੇ ਜਵਾਨ ਮੁਨਾਰਿਆਂ ਵਰਗੇ ਡਿੱਗੇ ਤੜਫਦੇ ਐ। ਲੋਥ ਤੇ ਲੋਥ ਚੜ ਗਈ, ਲਹੂ ਵਗ ਤੁਰਿਆ। ਗਿਰਜਾਂ ਜੋਗਣੀਆਂ, ਕਾਂ ਕੁੱਤੇ ਗਿੱਦੜ, ਭੂਤ ਪ੍ਰੇਤ, ਖਵੀਚ ਪਿਸਾਚ ਭੈਰੋਂ ਸਭ ਨੇ ਮਨ ਭਾਇਆ ਭੋਜਨ ਖਾ ਕੇ ਢਕਾਰ ਮਾਰੇ। ਸਿੰਘਾਂ ਦੇ ਝੱਟ ਦੇਖ ਕੇ ਇਉਂ ਸ਼ਾਹੀ ਅਫਸਰ ਜਿਹੜੇ ਨੇ ਉਹ ਮੂੰਹ ਚ ਉਂਗਲਾਂ ਪਾ ਕੇ ਹੈਰਾਨ ਹੋ ਰਹੇ ਐ। ਅਖੀਰ ਫਿਰ ਮੇਮੂ ਖਾਂ ਵੀ ਅਨੇਕਾਂ ਤੁਰਕਾਂ ਨੂੰ ਮਾਰਦਾ ਉਸੇ ਥਾਂ ਸ਼ਹੀਦ ਹੋ ਗਿਆ। ਉਸ ਸਮੇਂ ਇੱਕ ਸੈਦ ਖਾਂ ਸਰਦਾਰ ਸ਼ਾਹੀ ਸੈਨਾ ਦੇ ਵਿੱਚ ਮਸ਼ਹੂਰ 5000 ਫਕੀਰ ਦੋਸਤ ਵਿਚਾਰਵਾਨ ਸੀ, ਭਾਵ ਫਕੀਰਾਂ ਦੀ ਸੰਗਤ ਕਰਦਾ ਹੁੰਦਾ ਸੀ। ਇਹ ਵੀ ਕੁਝ ਇਤਿਹਾਸ ਵਿੱਚ ਆਉਂਦਾ ਹੈ ਕਿ ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਤੇ ਉਹਦੀ ਘਰਵਾਲੀ ਜਿਹੜੀ ਨਸੀਰਾਂ ਉਹਦਾ ਭਰਾ ਸੀ। ਉਹ ਬਹੁਤ ਦਿਨਾਂ ਤੋਂ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਦਰਸ਼ਨਾਂ ਦਾ ਬਿਲਾਸੀ ਸੀ, ਪਰ ਮੁਸਲਮਾਨਾਂ ਤੋਂ ਡਰਦਾ ਗੁਰੂ ਸਾਹਿਬ ਵੱਲ ਆ ਨਹੀਂ ਸੀ ਸਕਦਾ ਤੇ ਦਿਲੋਂ ਚਾਹੁੰਦਾ ਸੀ ਕਿਵੇਂ ਮਿਲਾਪ ਜ਼ਰੂਰ ਹੋ ਜੇ। ਉਹਦੇ ਸੱਚੇ ਪ੍ਰੇਮ ਦੀ ਅਤਿਅੰਤ ਖਿੱਚ ਨੇ ਗੁਰੂ ਸਾਹਿਬ ਨੂੰ ਐਸਾ ਖਿੱਚਿਆ, ਜਿੱਥੇ ਉਹ ਖੜਾ ਗੁਰੂ ਕੀ ਮੂਰਤ ਦਾ ਧਿਆਨ ਕੀਤੀ ਚਿਤਵ ਰਿਹਾ ਸੀ ਕਿ ਜੇ ਗੁਰੂ ਸਾਹਿਬ ਘੜ ਘੜ ਦੀ ਜਾਣਨਹਾਰੇ ਐ, ਅੰਤਰਜਾਮੀ ਨੇ, ਸਰਬ ਸ਼ਕਤੀ ਵਾਲੇ ਐ, ਤਾਂ ਮੈਨੂੰ ਇਸੇ ਥਾਂ ਆ ਕੇ ਦਰਸ਼ਨ ਦੇ ਕੇ ਮੇਰੀ ਮਨਸਾ ਪੂਰੀ ਕਰਨਗੇ। ਗੁਰੂ ਮਹਾਰਾਜ ਸੱਚੇ ਅਕਾਲ ਪੁਰਖ ਦਾ ਰੂਪ ਨਿਰਭੈ ਹੋਏ ਉਹਦੀ ਇੱਛਾ ਪੂਰੀ ਕਰਨ ਲਈ ਘੋੜਾ ਛੇੜ ਕੇ ਤੁਰਕਾਂ ਦੇ ਦਲ ਵਿੱਚ ਉਹਦੇ ਕੋਲ ਜਾ ਖੜੇ। ਗੁਰੂ ਰੂਪੀ ਸੂਰਜ ਵੇਖ ਕੇ ਜਿਵੇਂ ਕਮਲ ਰੂਪ ਨੇਤਰ ਉਹਦੇ ਖਿੜਗੇ, ਚਰਨ ਚੁੰਮ ਕੇ ਆਖਣ ਲੱਗਿਆ, ਮਹਾਰਾਜ ਤੁਹਾਨੂੰ ਡਰ ਨਹੀਂ ਲੱਗਿਆ ਜੋ ਇੰਨੇ ਵੈਰੀਆਂ ਦੇ ਦਲ 'ਚ ਲੰਘਿਆ ਵੇ? ਗੁਰੂ ਸਾਹਿਬ ਕਹਿਣ ਲੱਗੇ, ਜਦੋਂ ਸਾਰੇ ਇੱਕੋ ਬ੍ਰਹਮ ਦਿਸਦਾ ਹੈ ਨਾ ਸਾਨੂੰ, ਫਿਰ ਡਰ ਕਿਹਦਾ ਹੋਵੇ, ਕਿਹਨੂੰ ਹੋਵੇ? ਇਹ ਜੰਗ ਤਾਂ ਸਾਡੀ ਬਾਲ ਲੀਲਾ ਬੱਚਿਆਂ ਦੀ ਖੇਡ ਵਾਂਗੂ ਖੇਡ ਰਚੀ ਹੋਈ ਹੈ, ਹੋਰ ਕੋਈ ਸਾਡਾ ਵੈਰੀ ਜਾਂ ਮਿੱਤਰ ਨਹੀਂ ਹੈ। ਹਿੰਦੂ ਤੁਰਕ ਬਾਦ ਮੈਂ ਪਚੇ, ਇਨ ਤੇ ਨਾਥ ਨਿਰਾਲੇ ਬਚੇ। ਗੁਰੂ ਸਾਹਿਬ ਦੇ ਸੱਚੇ ਬਚਨ ਤਸੀਰ ਭਰੇ ਹੋਏ ਸੁਣ ਕੇ ਸੈਦ ਖਾਂ ਗੁਰੂ ਪਾਤਸ਼ਾਹ ਦਾ ਨੂਰਾਨੀ ਚਿਹਰਾ ਜਿਹੜਾ ਐਸਾ ਚਮਕਦਾ ਸੀ ਜਿਹਦੀ ਸਮਾਨਤਾ ਕੋਈ ਉਦਾਹਰਨ ਕਹੀ ਨਹੀਂ ਜਾ ਸਕਦੀ, ਵੇਖ ਕੇ ਖੁਸ਼ ਹੋ ਕੇ ਆਖਣ ਲੱਗਿਆ ਵੀ ਆਪ ਤਾਂ ਖੁਦਾਏ ਦੀ ਸੂਰਤ ਤੋਂ। ਇਹ ਸੁਣ ਕੇ ਸਤਿਗੁਰ ਕਹਿਣ ਲੱਗੇ, ਸੈਦ ਖਾਂ ਇਸ ਵੇਲੇ ਯੁੱਧ ਕਰਨਾ ਚਾਹੀਏ, ਵਾਰ ਕਰ ਲੈ। ਇਹਨਾਂ ਬਚਨ ਸੁਣ ਝਟਪਟ ਘੋੜੇ ਤੋਂ ਉਤਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਆ ਫੜੇ।
ਨਿਮਰਤਾ ਵਿੱਚ ਹੋ ਕੇ ਕਹਿੰਦਾ ਮੇਰਾ ਇਹੋ ਵਾਰ ਸਫਲਾ ਹੋਵੇ। ਗੁਰੂ ਸਾਹਿਬ ਨੇ ਉਹਦੀ ਸਚਾਈ ਸਫਾਈ ਦਿਲ ਦੀ ਦੇਖ ਕੇ ਕਿਰਪਾ ਕਰਕੇ ਉਹਦੇ ਸਿਰ ਤੇ ਹੱਥ ਧਰਿਆ। ਸਤਨਾਮ ਵਾਹਿਗੁਰੂ ਗੁਰਮੰਤਰ ਪਲ ਵਿੱਚ ਉਹਨੂੰ ਬ੍ਰਹਮ ਗਿਆਨ ਦ੍ਰਿੜਾਤਾ। ਦੀਵੇ ਨਾਲੋਂ ਦੀਵਾ ਜਗਾਉਣ ਵਾਂਗੂ ਪ੍ਰਕਾਸ਼ ਕਰਤਾ ਤੇ ਨਿਹਾਲ ਕਰ ਦਿੱਤਾ। ਉਸੇ ਵੇਲੇ ਜਿਹੜੇ ਪਾਸੇ ਉਹਦਾ ਮੂੰਹ ਸੀ ਬੀਤ ਰਾਗ ਹੋ ਗਿਆ, ਉਸੇ ਪਾਸੇ ਨੂੰ ਤੁਰ ਗਿਆ। ਜਿਵੇਂ ਧੂਆਂ ਆਕਾਸ਼ ਵਿੱਚ ਜਾ ਕੇ ਮੁੜ ਧਰਤੀ ਤੇ ਨਹੀਂ ਨਾ ਆਉਂਦਾ, ਇਵੇਂ ਹੀ ਉਹ ਫਿਰ ਮੁੜ ਕੇ ਨਹੀਂ ਮੁੜਿਆ। ਸੋ ਗਿਆ ਉਹ ਗਿਆ ਹੀ। ਇਹ ਗੱਲ ਵੇਖ ਕੇ ਸਾਰੇ ਮੁਸਲਮਾਨ ਹੱਕੇ ਬੱਕੇ ਰਹਿ ਗਏ। ਇਹੋ ਹੀ ਕਹਿੰਦੇ ਸੀ ਕਿ ਹਿੰਦ ਦੇ ਪੀਰ ਨੇ ਖਬਰਾਂ ਸੈਦੇ ਖਾਂ ਤੇ ਕੀ ਜਾਦੂ ਕਰਤਾ, ਜਿਹੜਾ ਪਾਗਲ ਹੋ ਕੇ ਬੀਆਬਾਨ ਨੂੰ ਹੀ ਦੌੜ ਗਿਆ। ਉਸੇ ਵੇਲੇ ਹਾਕਮ ਨੇ ਹੁਕਮ ਦਿੱਤਾ ਕਿ ਹਿੰਦੂ ਪੀਰ ਦਾ ਹੁਣ ਜਾਣਾ ਨਾ ਪਾਵੇ, ਫੜ ਲੋ, ਮਾਰਨਾ ਨਹੀਂ। ਭਾਵੇਂ ਚਾਰੇ ਪਾਸਿਆਂ ਤੋਂ ਫੌਜਾਂ ਵੈਰੀ ਦੀਆਂ ਝੁਕ ਪਈਆਂ। ਫੜੋ ਫੜੀ ਦੀ ਆਵਾਜ਼ ਹੋਣ ਲੱਗੀ। ਬਥੇਰੇ ਮੁਸਲੇ ਹੌਸਲਾ ਕਰਕੇ ਘੋੜੇ ਭਜਾ ਭਜਾ ਗੁਰੂ ਸਾਹਿਬ ਵੱਲ ਆਏ, ਪਰ ਕੋਈ ਹੱਥ ਨਾ ਪਾ ਸਕਿਆ। ਅਨੇਕਾਂ ਨੂੰ ਜਿਹੜੇ ਨੇੜੇ ਟੁਕੇ ਦੋ ਧੜ ਕਰਕੇ ਆਪਣੀ ਫੌਜ ਵਿੱਚ ਆ ਗਏ। ਮਹਾਰਾਜ ਸੈਦ ਖਾਨ ਦੇ ਚਲੇ ਗਏ ਤੋਂ ਫਿਰ ਇਹਦਾ ਭਾਈ ਰਮਜ਼ਾਨ ਖਾਂ ਉਹ ਫੌਜ ਲੈ ਕੇ ਗੁਰੂ ਸਾਹਿਬ ਦੇ ਸਾਹਮਣੇ ਯੁੱਧ ਕਰਨ ਨੂੰ ਮੁਕਾਬਲੇ ਤੇ ਆਇਆ। ਚੰਗੇ ਤੱਕ ਕੇ ਤੀਰ ਮਾਰਨ ਲੱਗਿਆ। ਇੱਧਰੋਂ ਗੁਰੂ ਸਾਹਿਬ ਵੀ ਤੀਰ ਨਾਲ ਪਹਿਲਾਂ ਉਹਦਾ ਘੋੜਾ ਮਾਰ ਕੇ ਫਿਰ ਆਨੰਦਪੁਰ ਸਾਹਿਬ ਨੂੰ ਚੱਲਿਆ। ਤੁਰਕਾਂ ਨੇ ਦੂਜੇ ਪਾਸਿਓਂ ਅਲੀ ਅਲੀ ਕਰਕੇ ਬੜੇ ਜ਼ੋਰ ਨਾਲ ਐਸਾ ਹੱਲਾ ਕੀਤਾ ਕਿ ਸਿੰਘਾਂ ਨੂੰ ਵਿਚਲਾ ਲਿਆ। ਤੁਰਕ ਆਨੰਦਪੁਰ ਸਾਹਿਬ ਦੇ ਵਿੱਚ ਆਵੜੇ, ਅੱਧਾ ਸ਼ਹਿਰ ਲੁੱਟ ਕੇ ਫਿਰ ਮੁੜ ਕੇ 4 ਕੋਹ ਤੇ ਜਾ ਕੇ ਉਤਰੇ। ਇਹ ਇੱਕ ਤਰ੍ਹਾਂ ਨਾਲ ਇਉਂ ਹੋਇਆ ਕਿ ਸਿੰਘਾਂ ਨੇ ਆਪਣੀ ਹਾਰ ਮਹਿਸੂਸ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਬਹੁਤ ਅਫਸੋਸ ਕੀਤਾ ਤੇ ਖਾਲਸਾ ਵੀ ਇਉਂ ਲੱਗਿਆ ਇਹ ਤਾਂ ਆਪਣੀ ਬਦਨਾਮੀ ਆ, ਸਹਾਰਿਆ ਨਹੀਂ। ਨਾਮੀ ਨਾਮੀ ਬਹਾਦਰ ਸਿੰਘ ਗੁਰੂ ਸਾਹਿਬ ਦੇ ਕੋਲ ਜਾ ਕੇ ਕਹਿੰਦੇ ਮਹਾਰਾਜ ਇਹ ਮੂੰਹ ਲੂਣੀ ਸਾਨੂੰ ਤੁਸਾਂ ਕਿਉਂ ਦਵਾਈ ਹੈ? ਇਹਨੂੰ ਮੂੰਹ ਲੂਣੀ ਕਹਿੰਦੇ ਸੀ। ਮੋਰਚੇ ਛੱਡ ਕੇ ਆਨੰਦਪੁਰ ਤੁਹਾਡਾ ਆਉਣ ਕਰਕੇ ਸਾਰੇ ਸਿੰਘ ਢਿੱਲੇ ਹੋ ਕੇ ਖੜ ਗਏ। ਕੋਈ ਕੁਛ ਕਲਪਨਾ ਕਰਦਾ, ਕੋਈ ਕੁਛ। ਜੇ ਤੁਸੀਂ ਨਾ ਆਉਂਦੇ ਹਾਰ ਦਾ ਦੁੱਖ ਸਾਨੂੰ ਕਿਉਂ ਹੁੰਦਾ? ਗੁਰੂ ਸਾਹਿਬ ਕਹਿਣ ਲੱਗੇ ਖਾਲਸਾ ਜੀ, ਜਿਵੇਂ ਤੁਸੀਂ ਸਾਡੇ ਅਧੀਨ ਹੋ, ਅਸੀਂ ਇਸੇ ਤਰ੍ਹਾਂ ਅਕਾਲ ਪੁਰਖ ਦੇ ਅਧੀਨ ਹਾਂ। ਤੇ ਇਹ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਸਾ ਦੀ ਵਾਰ ਦਾ ਸਤਿਗੁਰਾਂ ਸੁਣਾਇਆ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਖਾਲਸਾ ਜੀ ਸਾਰੇ ਉਹਦੇ ਭੈ 'ਚ ਹੀ ਚੱਲਦੇ ਆ, ਪਰਮੇਸ਼ਰ ਦੇ। ਹਵਾ ਵੀ ਹੈ ਤੇ ਲੱਖਾਂ ਦਰਿਆ ਵੀ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਭਾਵੇਂ ਇਹ ਬਚਨ ਗੁਰੂ ਸਾਹਿਬ ਨੇ ਸਿੱਖਾਂ ਨੂੰ ਧੀਰਜ ਜਿਹਾ ਵਧਾਉਣ ਵਾਸਤੇ ਬੜੇ ਪ੍ਰੇਮ ਨਾਲ ਸੁਣਾਇਆ, ਪਰ ਸਿੱਖਾਂ ਦਾ ਕ੍ਰੋਧ ਢਿੱਲਾ ਨਾ ਹੋਇਆ। ਕਹਿਣ ਲੱਗੇ ਜਦੋਂ ਤੱਕ ਤੁਰਕਾਂ ਤੋਂ ਅਸੀਂ ਇਹ ਜਿੱਤ ਇਹ ਬਦਲਾ ਨਹੀਂ ਨਾ ਲੈਂਦੇ, ਸਾਨੂੰ ਅੰਨ ਨਹੀਂ ਪਚਦਾ। ਉਸ ਗੁੱਸੇ ਤੇ ਰੰਜ ਵਿੱਚ ਉਸ ਦਿਨ ਕਿਸੇ ਸਿੰਘ ਨੇ ਪ੍ਰਸ਼ਾਦ ਨਾ ਛਕਿਆ। ਸਰਬ ਖਾਲਸੇ ਦੀ ਬੇਨਤੀ ਮੰਨ ਕੇ ਸਾਹਿਬਜ਼ਾਦਾ ਅਜੀਤ ਸਿੰਘ ਫਿਰ ਖਾਲਸੇ ਨੂੰ ਲੈ ਕੇ ਅੱਧੀ ਰਾਤੋਂ ਹੱਲਾ ਕਰਕੇ ਤੁਰਕਾਂ ਤੇ ਜਾ ਪਏ। ਉਹ ਬੇਖਬਰ ਐਸੇ ਘਬਰਾ ਕੇ ਉੱਠੇ, ਅੰਧੇਰੀ ਰਾਤ ਵਿੱਚ ਆਪਣਾ ਪਰਾਇਆ ਕੋਈ ਸਿਆਣ ਨਾ ਸਕੇ। ਆਪਸ ਵਿੱਚ ਹੀ ਸੈਂਕੜੇ ਕੱਟ ਕੇ ਮਰ ਗਏ। ਕੁਝ ਸਿੱਖਾਂ ਮਾਰੇ ਲਸ਼ਕਰ ਵਿੱਚ ਰੌਲਾ ਪੈ ਗਿਆ। ਜਿੱਧਰ ਜਿਹਦਾ ਮੂੰਹ ਹੋਇਆ ਉਸ ਪਾਸੇ ਨੂੰ ਭੱਜ ਤੁਰੇ। ਬਹੁਤ ਸਾਰੇ ਫਿਰ ਘੋੜੇ ਹਥਿਆਰ ਸਮਾਨ ਸਮੇਤ ਸਭ ਕੁਝ ਲੈ ਕੇ ਸਿੰਘਾਂ ਨੇ ਦਿਨ ਚੜ੍ਹਦੇ ਨੂੰ ਮੁੜ ਆਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਇਆ। ਤੇ ਖਾਲਸੇ ਦੀ ਇਸ ਝੱਟ ਨੂੰ ਵੇਖ ਕੇ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ। ਉਧਰ ਬਾਦਸ਼ਾਹੀ ਫੌਜ ਆਪਣਾ ਪਿੰਡਾ ਸਿੱਖਾਂ ਤੋਂ ਛੁਡਾ ਕੇ ਖਾਲੀ ਹੋਈ।
ਆਪਣੀ ਫਤਿਹ ਮੰਨ ਕੇ ਸਰਹੰਦ ਵੱਲ ਮੁੜ ਚੱਲੀ। ਅਜੇ ਰੋਪੜ ਤਾਈਂ ਗਈ ਸੀ, ਕਹਿਲੂਰੀਏ ਰਾਜੇ ਨੇ ਖੁਦ ਸੂਬੇ ਸਰਹੰਦ ਕੋਲ ਜਾ ਕੇ ਜਦੋਂ ਸਾਰਾ ਹਾਲ ਦੱਸਿਆ, ਉਹ ਉਸੇ ਸਮੇਂ ਲੋਹਾ ਲਾਖਾ ਹੋ ਕੇ ਆਪ ਤਾਂ ਸ਼ਾਹੀ ਸੈਨਾ ਨੂੰ ਤਿੱਤਰ ਬਿੱਤਰ ਹੋਣੋਂ ਰੋਕਣ ਲਈ ਫਿਰ ਰੋਪੜ ਵੱਲ ਚੜਿਆ ਆ ਤੇ ਰਾਜਿਆਂ ਨੂੰ ਆਖਿਆ ਕਿ ਤੁਸੀਂ ਸਾਰੇ ਹੁਣ ਬਾਦਸ਼ਾਹ ਕੋਲ ਜਾਓ, ਉੱਥੋਂ ਕੁਮਕ ਹੋਰ ਲੈ ਕੇ ਆਓ ਮਦਦ ਵਾਸਤੇ ਫੌਜਾਂ। ਫਿਰ ਰਾਜਾ ਕਹਿਲੂਰੀਆ ਅਜਮੇਰ ਚੰਦ, ਜਿਹੜਾ ਭੀਮ ਚੰਦ ਦਾ ਪੁੱਤ ਹੈ, ਹੰਡੂਰੀਆ ਰਾਮ ਸ਼ਰਨ, ਹੋਰ ਕੁਝ ਦੋਏ ਰਾਜੇ ਇਹ ਬਾਦਸ਼ਾਹ ਕੋਲੋਂ ਕੁਮਕ ਮਦਦ ਦੀ ਫੌਜ ਮੰਗਣ ਗਏ। ਨਾਜ਼ਮ ਵਜੀਦ ਖਾਂ, ਘਮੰਡ ਚੰਦ, ਮਦਨ ਸਿੰਘ ਆਦਿਕ ਰਾਜਿਆਂ ਨੂੰ ਤੇ ਉਹਨਾਂ ਦੀ ਫੌਜ ਲੈ ਕੇ ਸ਼ਾਹੀ ਲਸ਼ਕਰ ਸਮੇਤ ਆਨੰਦਪੁਰ ਵੱਲ ਚੜਾਇਆ। ਚੇਤ ਸੁਦੀ 5 ਸੰਮਤ 1760 ਬਿਕਰਮੀ। ਫਿਰ ਸ਼ਾਹੀ ਫੌਜਾਂ ਜਿਹੜੀਆਂ ਨੇ ਇਹਨਾਂ ਆ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ। ਦੋਹਾਂ ਪਾਸਿਆਂ ਤੋਂ ਲੜਾਈਆਂ ਹੋਣ ਲੱਗ ਪਈਆਂ। ਇਸ ਵੇਲੇ ਗੁਰੂ ਕਿਆਂ ਦੇ ਕੋਲੇ ਉਸ ਸਮੇਂ 8-10 ਹਜ਼ਾਰ ਜੰਗੀ ਸਿੱਖਾਂ ਦੀ ਇਕੱਠ ਸੀ, ਭੀੜ ਸੀ, ਜਿਹੜੇ ਆਪਣੇ ਘਰਾਂ ਤੋਂ ਖਰਚ ਲੈ ਕੇ ਆਏ ਹੋਏ ਸੀ। ਉਸ ਵੇਲੇ ਸਿੱਖਾਂ ਦਾ ਸਿਦਕ ਭਰੋਸਾ ਗੁਰੂ ਉੱਤੇ ਜਾਨ ਮਾਲ ਕੁਰਬਾਨ ਕਰਕੇ ਸ਼ਹੀਦ ਹੋਣ ਦਾ ਸੀ। ਜਿਹੜੇ ਸਿੱਖ ਘਰਾਂ ਵਿੱਚ ਰਹੇ ਉਹ ਮਾਝੇ ਦੁਆਬੇ ਮਲਵਈ ਨੀਰਾਂ ਦਾਣਾ ਦਾਰੂ ਸਿੱਕਾ ਗੁਰੂ ਕਿਆਂ ਨੂੰ ਪਹੁੰਚਾ ਰਹੇ ਸਨ। ਅਨੇਕਾਂ ਵਾਰੀ ਰਾਤ ਨੂੰ ਵੇਲੇ ਕੁਵੇਲੇ ਕਿੱਲਿਆਂ ਵਿੱਚੋਂ ਨਿਕਲ ਕੇ ਸਿੰਘ ਤੁਰਕਾਂ ਤੇ ਛਾਪੇ ਮਾਰ ਕੇ ਅਸਬਾਬ ਦਾਣਾ ਖਾਣਾ ਘੋੜੇ ਹਥਿਆਰ ਲੁੱਟ-ਕੁੱਟ ਕੇ ਲੈ ਜਾਂਦੇ। ਵਜੀਦ ਖਾਨ ਨੇ ਵੀ ਕਿਲੇ ਆਨੰਦਗੜ੍ਹ ਨੂੰ ਤੋਪਾਂ ਧਰ ਛੱਡੀਆਂ ਸੀ। ਭਾਵੇਂ ਰਾਤ ਦਿਨ ਗੋਲਾ ਚੱਲਦਾ ਸੀ, ਪਰ ਕਿਸੇ ਨੂੰ ਭੋਰਾ ਕੋਈ ਜੁਮਸ ਨਹੀਂ ਆਈ, ਕਿਉਂਕਿ ਇਹਨਾਂ ਕਿੱਲਿਆਂ ਦੇ ਚੁਫੇਰੇ ਜਿਹੜੇ ਕਿਲੇ ਕਹਿ ਲਓ, ਕਿਲੇ ਬੜੇ ਬੜੇ ਟਿੱਲੇ ਮਿੱਟੀ ਪੱਥਰ ਦੇ ਕੁਦਰਤੀ ਬਣੇ ਹੋਏ ਸੀ। ਤੋਪਾਂ ਜਮੂਰਿਆਂ ਦੇ ਗੋਲੇ ਜਿਹੜੇ ਆ ਉਹ ਬਾਹਰ ਤੋਂ ਚੱਲ ਕੇ ਉਹਨਾਂ ਟਿੱਲਿਆਂ ਵਿੱਚ ਜਾ ਧੱਸਦੇ, ਗੁਰੂ ਸਾਹਿਬ ਦਾ ਕੋਈ ਨੁਕਸਾਨ ਨਹੀਂ ਸੀ ਕਰ ਸਕਦੇ, ਕਿਉਂਕਿ ਉਹ ਬਣਾਈ ਬੜੇ ਕਿਲੇ ਜਿਹੜੇ ਇਸ ਢੰਗ ਨਾਲ ਸੀ। ਅੰਦਰੋਂ ਜਿੰਨੇ ਗੋਲੇ ਤੋਪਾਂ ਜਮੂਰੇ ਜੰਜੈਲਾਂ ਇਹ ਚੱਲਦੇ ਸਭ ਉਹਨਾਂ ਦੇ ਥਾਂ ਚੱਲਣੇ ਜਾ ਕੇ ਸ਼ਾਹੀ ਸੈਨਾ ਵਿੱਚ ਪੈਂਦੇ ਸੀ। ਇਸ ਕਰਕੇ ਉਹ ਫੌਜਾਂ ਸੈਂਕੜੇ ਘੋੜੇ ਜਵਾਨਾਂ ਦੀਆਂ ਜਾਨਾਂ ਲੈ ਰਹੇ ਸਨ। ਇਸੇ ਤਰ੍ਹਾਂ ਹੀ ਇਹ ਮਾਸ ਮਿੱਟੀ ਦੀ ਲੜਾਈ ਫਿਰ 3 ਮਹੀਨੇ ਹੁੰਦੀ ਰਹੀ। ਅਖੀਰ ਨਾਜ਼ਮ ਨੇ ਤੰਗ ਆ ਕੇ ਆਪਣੀ ਫੌਜ ਆਨੰਦਪੁਰ ਦੇ ਚਾਰੇ ਪਾਸੇ ਦੂਰ ਦੂਰ ਉਤਾਰ ਕੇ ਆਨੰਦਪੁਰ ਸਾਹਿਬ ਦੇ ਵਿੱਚ ਦਾਣਾ ਘਾਹ ਬਾਹਰ ਤੋਂ ਆਉਣਾ ਬੰਦ ਕਰਤਾ। ਗੁਰੂ ਸਾਹਿਬ ਜੀ ਇੱਕ ਪਾਸੇ ਦਰਿਆ ਦੇ ਤਰਫ ਪਹਾੜੀ ਮਿੱਟੀ ਦੇ ਉੱਚੇ ਟਿੱਲੇ ਤੇ ਜਿਹੜੇ ਬੜੇ ਬੜੇ ਟਿੱਲੇ ਸਨ, ਇੱਕ ਪਾਸੇ ਤਾਂ ਦਰਿਆ ਹੈ, ਪਹਾੜੀਆਂ ਦੇ ਟਿੱਲੇ ਨੇ, ਕਿਉਂ ਚੌਥੀ ਬਾਹੀ ਜਿੱਧਰ ਸ਼ਾਹੀ ਲਸ਼ਕਰ ਦਾ ਜ਼ੋਰ ਮੋਰਚਾ ਸੀ, ਉਧਰ ਨੀਵਾਂ ਪਾਸਾ ਮੈਦਾਨ ਦੂਰ ਦੂਰ ਤੱਕ ਪਿਆ ਸੀ। ਇਸ ਕਰਕੇ ਇੱਕ ਤਾਂ ਉਧਰ ਦੇ 5000 ਨੂੰ ਉੱਪਰ ਦਾ 500 ਹਾਰ ਦੇ ਸਕਦਾ ਸੀ। ਦੂਜੀ ਗੱਲ ਸਿੱਖਾਂ ਦੇ ਬਚਾਅ ਲਈ ਵੱਡੀ ਇਹ ਸੀ ਕਿ ਸਿੱਖ ਤਾਂ ਨਹਿਤ ਜ਼ੋਰ ਦੇ ਕੇ ਸ਼ੌਂਕ ਨਾਲ ਜਾਨਾਂ ਤੋੜ ਕੇ ਲੜਦੇ ਸੀ, ਪਰ ਜਿਹੜੇ ਤੁਰਕ ਜਾਂ ਹਿੰਦੂ ਪਹਾੜੀ ਆ ਉਹ ਜਾਨ ਬਚਾ ਕੇ ਬੱਧੇ ਰੁੱਧੇ ਅਫਸਰਾਂ ਤੋਂ ਡਰਦੇ ਲੜਦੇ ਸਨ। ਤੀਸਰਾ, ਤੁਰਕਾਂ ਨੂੰ ਇਹ ਵੀ ਪੱਕਾ ਖਿਆਲ ਸੀ ਵੀ ਲੜਾਈ ਤਾਂ ਹੋ ਰਹੀ ਹੈ ਫਕੀਰਾਂ ਨਾਲ ਲੜ ਕੇ ਲੈਣਾ ਕੀ ਆ, ਕੋਈ ਦੇਸ਼ ਕੋਈ ਖਜ਼ਾਨਾ ਇਹਨਾਂ ਕੋਲੇ ਹੈ ਨਹੀਂ, ਪਰਜਾ ਦੋਹੀਂ ਪਾਸੇ ਬਾਦਸ਼ਾਹੀ ਹੈ। ਇਹੋ ਜਿਹੇ ਖਿਆਲ ਕਰਕੇ ਫੌਜੀ ਅਫਸਰ ਜ਼ੋਰ ਨਹੀਂ ਸੀ ਦਿੰਦੇ। ਇਸ ਸਮੇਂ ਇੱਕ ਦਿਨ ਗੁਰੂ ਸਾਹਿਬ ਜੀ 4000 ਸਵਾਰ ਪਿਆਦੇ ਨਾਲ ਕਿਲੇ ਤੋਂ ਬਾਹਰ ਨਿਕਲ ਕੇ ਤੁਰਕਾਂ ਦੀ ਸੈਨਾ ਤੇ ਜਾ ਪਏ। 4 ਘੰਟੇ ਐਸਾ ਲੋਹੇ ਨਾਲ ਲੋਹਾ ਵਜਾਇਆ ਕਿ ਸੈਂਕੜੇ ਰੁੰਡ ਮੁੰਡ ਬਖੇਰਤੇ। ਸਿੰਘਾਂ ਦੀ ਤੇਗ ਅੱਗੇ ਹਾਲ ਚਾਲ ਪੈ ਗਈ। ਉਮੀਦ ਸੀ ਸ਼ਾਹੀ ਫੌਜ ਜਿਹੜੀ ਆ ਭਾਜੂ, ਪਰ ਸੂਰਜ ਛਿਪਣ ਕਰਕੇ ਫਿਰ ਲੜਾਈ ਬੰਦ ਹੋ ਗਈ। ਇਸੇ ਤਰ੍ਹਾਂ ਕਈ ਵਾਰੀ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਜੀ ਉਹ ਵੀ ਸਿੰਘਾਂ ਨੂੰ ਨਾਲ ਲੈ ਕੇ ਹੱਲਾ ਕਰਦੇ ਰਹੇ, ਮਾਰ ਕੁੱਟ ਕੇ ਫੇਰ ਕਿਲਿਆਂ ਵਿੱਚ ਆ ਜਾਣਾ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਨੂੰ 2000 ਯੋਧੇ ਦੇ ਕੇ ਕੇਸਗੜ੍ਹ ਵਿੱਚ, ਤੇ ਨੰਦ ਸਿੰਘ, ਨਾਹਰ ਸਿੰਘ, ਸ਼ੇਰ ਸਿੰਘ, ਆਲਮ ਸਿੰਘ, ਮੋਹਕਮ ਸਿੰਘ ਆਦਿਕ
ਬੜੇ ਪ੍ਰਸਿੱਧ ਜਿਹੜੇ ਸਿੰਘ, ਇਹਨਾਂ ਸਮੇਤ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਲੋਹਗੜ੍ਹ ਦੇ ਵਿੱਚ ਭਾਈ ਬਚਿੱਤਰ ਸਿੰਘ, ਉਦੇ ਸਿੰਘ, ਈਸ਼ਰ ਸਿੰਘ, ਸੰਗਤ ਸਿੰਘ, ਇਹ ਸਾਰੇ ਸਰਦਾਰ ਦਮਦਮੇਪੁਰ ਕਾਇਮ ਕਰਕੇ ਰੱਖੇ ਹੋਏ ਸਨ। ਇਹ ਸਭ ਸਰਦਾਰ ਆਪੋ ਆਪਣੇ ਮੋਰਚਿਆਂ ਨੂੰ ਕਾਇਮ ਰੱਖ ਕੇ ਵੇਲੇ ਕੁ ਵੇਲੇ ਦੁਸ਼ਮਣਾਂ ਉੱਤੇ ਖੜਕਾਉਂਦੇ ਸੀ। ਜੋ ਕੁਝ ਹੱਥ ਲੱਗਦਾ ਲੁੱਟ ਪੁੱਟ ਲਿਆਉਂਦੇ। ਹਰ ਵੇਲੇ ਮੋਰਚਿਆਂ ਵਿੱਚੋਂ ਤੀਰ, ਗੋਲੀਆਂ, ਤੋਪਾਂ, ਲੜਾਈ ਹੁੰਦੀ ਰਹਿੰਦੀ। ਜਿਹੜੇ ਸਤੋਗੁਣੀ ਸ਼ਾਸਤਰ ਚਲਾਉਣ ਤੋਂ ਸੰਗਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਲੰਗਰ ਦੀ, ਜਲ ਦੀ ਟਹਿਲ ਸੇਵਾ ਸੌਂਪਤੀ। ਉਹ ਮੋਰਚਿਆਂ ਵਿੱਚ ਬੈਠੇ ਸਿੱਖਾਂ ਨੂੰ ਸਾਰੀ ਚੀਜ਼ ਪਹੁੰਚਾਉਂਦੇ ਸਨ। ਕਈ ਸਿੰਘ ਜਿਹੜੇ ਸੇਵਾ ਸਿੰਘ ਵਰਗੇ ਸਤੋਗੁਣੀ ਸਮਦਰਸੀ ਤੁਰਕਾਂ ਨੂੰ ਤੇ ਸਿੱਖਾਂ ਨੂੰ ਦੋਹੀਂ ਪਾਸੀਂ ਜਲ ਪਿਲਾ ਆਉਂਦੇ। ਤੇ ਇੱਕ ਦਿਨ ਸਿੰਘਾਂ ਨੂੰ ਮੋਰਚਿਆਂ ਵਿੱਚ ਵੇਲੇ ਸਿਰ ਜਲ ਨਾ ਪਹੁੰਚਿਆ ਤਾਂ ਉਹਨਾਂ ਗੁਰੂ ਮਹਾਰਾਜ ਦੇ ਕੋਲੇ ਫਰਿਆਦ ਕੀਤੀ। ਜਿਵੇਂ ਭਾਈ ਕਨ੍ਹਈਆ, ਇਹ ਹੁਣ ਇਹਨਾਂ ਦਾ ਨਾਂ ਪਹਿਲਾਂ ਕਨ੍ਹਈਆ ਸੀ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਸ ਤੋਂ ਬਾਅਦ ਭਾਵ ਇਹਨਾਂ ਨੇ ਸੇਵਾ ਸਿੰਘ ਨਾਂ ਦਿੱਤਾ। ਇਹ ਹੋਰ ਤੁਰਕਾਂ ਨੂੰ ਜਲ ਪਿਲਾ ਦਿੰਦਾ, ਸਾਡੇ ਤੱਕ ਨਹੀਂ ਛੇਤੀ ਪਹੁੰਚਦਾ। ਗੁਰੂ ਸਾਹਿਬ ਨੇ ਤਾੜਿਆ। ਸੇਵਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਹਿੰਦੂ ਤੁਰਕ ਸਿੰਘ ਸਭ ਤੇਰਾ ਹੀ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਇਹ ਜੰਗ ਵੀ ਤੇਰੀ ਖੇਡ ਰਚੀ, ਹਾਰ ਜਿੱਤ ਦੋਵੇਂ ਕਲਪਤ ਨੇ। ਭਾਈ ਕਨ੍ਹਈਆ ਜੀ ਦਾ ਵੀ ਇਸੇ ਤਰ੍ਹਾਂ ਹੀ ਜਿਹੜਾ ਪ੍ਰਸੰਗ ਆਉਂਦਾ ਤੇ ਭਾਈ ਸੇਵਾ ਸਿੰਘ ਜੀ ਦਾ। ਤੇ ਉਹ ਮਹਾਰਾਜ ਤੇਰੇ ਸਰੂਪ ਵਿੱਚ ਸਮੁੰਦਰ ਦੇ ਜਲ ਵਾਂਗੂ ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਇਹ ਜਵਾਬ ਸੁਣ ਕੇ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ, ਭਾਈ ਸੇਵਾ ਸਿੰਘ ਤੁਸੀਂ ਬ੍ਰਹਮ ਗਿਆਨੀ ਨਿਰਮਲੇ ਹੋ, ਜੋ ਕੁਛ ਕਰਦੇ ਹੋ ਸੋ ਚੰਗਾ ਕਰਦੇ ਹੋ, ਕਰੀ ਜਾਓ, ਤੁਸਾਂ ਤੋਂ ਨਿਰਮਲ ਪੰਥ ਫੈਲੇਗਾ। ਸੋ ਇਹੀ ਬਚਨ ਗੁਰੂ ਕਾ ਸਫਲਾ ਹੋਇਆ। ਭਾਈ ਸੇਵਾ ਸਿੰਘ ਦੀ ਸੰਪਰਦਾਏ ਨਿਰਮਲੇ ਸਾਧ ਜਿਹੜੇ ਹੈ ਪੰਡੋਰੀ ਵਾਲੇ, ਇੱਕ ਤਾਂ ਆਪਣੇ ਕੋਲੇ ਪੰਡੋਰੀ ਹੈ, ਇੱਕ ਉਧਰ ਪੰਡੋਰੀ ਹੈ, ਨਗਰ ਬਹੁਤ ਉੱਗੇ ਹਨ। ਉਸ ਸਮੇਂ ਔਰੰਗੇ ਦੀ ਬਾਦਸ਼ਾਹੀ ਵਿੱਚ ਬਹੁਤ ਤਰਥਲਾ ਮਚ ਰਿਹਾ ਸੀ। ਅਹਿਮਦਾਬਾਦ ਦਾ ਜਿਹੜਾ ਸੂਬਾ ਸੀ ਉਹ ਵਿਗੜ ਕੇ ਆਜ਼ਾਦ ਹੋ ਬੈਠਾ ਤੇ ਤਾਨੇਸ਼ਾਹ ਬਾਦਸ਼ਾਹ ਹੈਦਰਾਬਾਦ ਵਾਲਾ, ਉਹਦੇ ਨਾਲ ਗੋਲਕੁੰਡੇ ਦੇ ਕਿਲੇ ਪਰ ਔਰੰਗੇ ਦਾ ਜੰਗ ਹੋ ਰਿਹਾ ਸੀ। ਬਾਕੀ ਸ਼ਿਵਾਜੀ ਮਰਹੱਟਾ, ਉਹਨੇ 100 ਕਈ ਕਿਲੇ ਜਿਹੜੇ ਆ ਤੇ ਪੂਨੇ ਸਤਾਰੇ ਦਾ ਮੁਲਕ ਇਹ ਮੱਲ ਕੇ ਬਾਦਸ਼ਾਹ ਨਾਲ ਪੱਕਾ ਅੱਡਾ ਲਾਇਆ ਹੋਇਆ ਸੀ, ਜਿਸ ਕਰਕੇ ਔਰੰਗੇ ਨੂੰ ਸੋਝੀ ਲੈਣੀ ਨਹੀਂ ਸੀ ਮਿਲਦੀ। ਥਾਂ ਪਰ ਥਾਂ ਦੁਸ਼ਮਣਾਂ ਦੇ ਉਹਨਾਂ ਜੰਗ ਜਾਰੀ ਕਰ ਰੱਖੇ ਸੀ। ਫੌਜ ਜਿਹੜੀ ਹੈ ਬਹੁਤ ਬਾਦਸ਼ਾਹ ਦੀ ਜਾਨ ਬੇਅੰਤ ਜਗ੍ਹਾ ਜਗ੍ਹਾ ਭੋਰਾ ਭੋਰਾ ਵੰਡੀ ਪਈ। ਤੇ ਸਗੋਂ ਜਿਸ ਦਿਨ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਵਿੱਚ ਸੀਸ ਦੇ ਗਏ ਔਰੰਗਜ਼ੇਬ ਨੂੰ, ਤਾਂ ਉਸੇ ਦਿਨ ਤੋਂ ਦਮੇ ਦਾ ਐਸਾ ਸਖਤ ਰੋਗ ਲੱਗ ਗਿਆ ਸੀ। ਰਾਤ ਦਿਨ ਖੂੰ ਖੂੰ ਕਰਕੇ ਤੜਫਦਾ ਰਹਿੰਦਾ। ਇੱਕ ਪਲ ਵੀ ਇਹਨੂੰ ਆਰਾਮ ਨਹੀਂ ਸੀ ਲੈਣਾ ਮਿਲਦਾ। ਨਾ ਇੱਕ ਦਿਨ ਇਹ ਰਾਤ ਦਿੱਲੀ ਕੱਟ ਸਕਿਆ। ਉਸ ਤੋਂ ਬਾਅਦ ਦੂਸਰਾ ਜਿਹੜਾ ਹੈ ਸੂਬਾ ਬੰਗਾਲ ਤੇ ਦੱਖਣ ਦਾ ਇਲਾਕਾ, ਇਹ ਵਿਗੜ ਗਏ। ਇਸ ਕਰਕੇ ਉਹਨਾਂ ਦੇ ਸੁਧਾਰ ਵਾਸਤੇ ਹਰ ਵੇਲੇ ਇਹ ਫਿਕਰ ਖਾ ਰਿਹਾ ਸੀ ਤੇ ਉਹਨਾਂ ਨੂੰ ਦੇਖ ਕੇ ਕਿਤੇ ਬਾਕੀ ਸੂਬੇ ਵੀ ਨਾ ਵਿਗੜ ਜਾਣ। ਮਰਹੱਟੇ ਦੇ ਉਸ ਸਮੇਂ ਦੁਸ਼ਮਣ ਹਮੇਸ਼ਾ ਉਹਨਾਂ ਦਾ ਦੇਸ਼ ਵਿਦੇਸ਼ ਦਬਾਉਂਦੇ ਚਲੇ ਆ ਰਹੇ ਸੀ। ਹੁਣ ਇਧਰੋਂ ਪਹਾੜੀ ਰਾਜਿਆਂ ਦੀ ਕਮਜ਼ੋਰੀ ਤੇ ਸਿੰਘਾਂ ਦੀ ਤੇਜ਼ੀ, ਇਹ ਬਹਾਦਰੀ ਸੁਣ ਕੇ ਫਿਰ ਇਹ ਸੋਗ ਦੇ ਖਾਰੇ ਸਮੁੰਦਰ ਵਿੱਚ ਇੱਕੋ ਵਾਰੀ ਜਿੰਦ ਗੋਤਾ ਖਾ ਗਈ। ਕਿਉਂਕਿ ਚੰਗੀ ਤਰ੍ਹਾਂ ਜਾਣਦਾ ਸੀ ਭਾਵੇਂ ਗੁਰੂ ਕੇ ਸਿੱਖ ਹੈ ਤਾਂ ਥੋੜੇ, ਪਰ ਸਾਰੇ ਹੀ ਗੁਰੂ ਵਾਸਤੇ ਜਾਨਾਂ ਦੇਣ ਨੂੰ ਤਿਆਰ ਨੇ। ਇਧਰੋਂ ਮਝੈਲ ਬਰਾੜ, ਇਹ ਤਾਂ ਐਸੇ ਸਿਰ ਤੋੜ ਲੜਾਕੇ ਸੀ ਕਿ ਇੱਕ 10-10 ਨੂੰ ਮਾਰ ਕੇ ਵੀ ਖਿਆਲ ਨਹੀਂ ਛੱਡਣ ਵਾਲਾ। ਜੋ ਉਹ ਸਾਰਾ ਦੇਸ਼ ਸਿੱਖਾਂ ਦਾ ਸ਼ਾਹੀ ਹਾਕਮਾਂ ਨਾਲ ਜੇ ਵਿਗੜ ਗਿਆ, ਔਰੰਗਾ ਸੋਚਦਾ ਹੈ ਤਾਂ ਕਾਬੂ ਨਹੀਂ ਆਉਣਾ। ਇਹੋ ਜਿਹੀਆਂ ਬਹੁਤ ਦਲੀਲਾਂ ਸੋਚ ਕੇ ਅਖੀਰ ਔਰੰਗਜ਼ੇਬ ਨੇ ਉਸ ਅਰਜ਼ ਉੱਤੇ ਜੋ ਪਹਾੜੀ ਰਾਜਿਆਂ ਦੀ ਦਿੱਲੀ ਦੇ ਦਰਬਾਰ ਵੱਲੋਂ ਪੇਸ਼ ਹੋਈ ਸੀ, ਹੁਕਮ ਦਿੱਤਾ ਕਿ ਨਾਜ਼ਮ ਸਰਹੰਦ ਵਜੀਦ ਖਾਂ, ਨਾਜ਼ਮ ਲਾਹੌਰ ਦਿਲਾਵਰ ਖਾਂ ਤੇ ਸੂਬਾ ਕਸ਼ਮੀਰ ਜ਼ਬਰਦਸਤ ਖਾਂ,
ਆਪਣੇ ਆਪਣੇ ਤਾਬੇਦਾਰਾਂ ਤਮਾਮ ਰਈਸਾਂ ਸਭ ਨੂੰ ਨਾਲ ਲੈ ਕੇ ਜਾ ਕੇ ਆਨੰਦਪੁਰ ਨੂੰ ਤਾਂ ਲੁੱਟ-ਪੁੱਟ ਕੇ ਉਜਾੜ ਦੇਣ ਤੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲੇ ਪੇਸ਼ ਕਰ ਦਿਓ। ਇਸ ਹੁਕਮ ਦੇ ਅਨੁਸਾਰ ਜਦੋਂ ਦਰਬਾਰ ਦਿੱਲੀ ਵੱਲੋਂ ਫਿਰ ਛੋਟੇ ਵੱਡੇ ਤਮਾਮ ਸ਼ਾਹੀ ਹਾਕਮਾਂ ਦੇ ਨਾਮ ਫਰਮਾਨ ਜਾਰੀ ਹੋ ਗਏ ਤਾਂ ਸਾਰੇ ਦੇਸ਼ ਵਿੱਚ ਇਹ ਹੁਕਮ ਦੀ ਧੁੰਮ ਪੈ ਗਈ। ਸੂਬਿਆਂ ਨੇ ਆਪਣੇ ਆਪਣੇ ਤਾਬੇਦਾਰ ਹੋਰ ਛੋਟੇ ਵੱਡੇ ਰਈਸ ਸਭ ਫੌਜਾਂ ਸਮੇਤ ਬੁਲਾ ਲਏ। ਸ਼ੇਰ ਮੁਹੰਮਦ ਖਾਂ, ਖਵਾਜਾ ਖਿਜਰ ਖਾਂ ਇਹ ਮਲੇਰਕੋਟਲੇ ਵਾਲੇ, ਨਜੀਬ ਖਾਂ, ਰਹਿਮਤ ਖਾਂ ਨਵਾਬ ਜਲੰਧਰੀ, ਹਿੰਮਤ ਖਾਂ, ਉਸਮਾਨ ਖਾਂ ਇਹ ਕਸੂਰ ਦੇ ਹਾਕਮ, ਮੁਹੰਮਦ ਖਾਂ, ਕਰੀਮ ਬਖਸ਼ ਚੌਧਰੀ, ਸਭਾ ਚੰਦ ਫਗਵਾੜੀਆ, ਫਤਿਹ ਮੁਹੰਮਦ ਖਾਂ ਕੁੰਜਪੁਰੀਆ, ਜਾਨੀ ਮਾਨੀ ਖਾਂ ਮੁਰਿੰਡੇ ਦੇ ਤੇ ਸਿਆਦਤ ਅਲੀ ਖਾਂ ਸਢੌਰੇ ਵਾਲਾ, ਸ਼ਮਸ਼ ਖਾਂ ਬਿਜਵਾੜੇ ਦਾ। ਇਸੇ ਤਰ੍ਹਾਂ ਸਰਸਾ, ਰਾਣੀਆਂ, ਫਤਿਆਬਾਦ, ਬੋਹਿਆ, ਬੁਲਾਡਾ, ਆਂਡਰੂ, ਅਲਵਾਰਾ, ਸਮਾਣਾ, ਬਹਾਵਲਪੁਰ, ਝੰਗ, ਕਮਾਲੀਆ, ਚੱਠੇ, ਮੰਝ, ਗੱਖੜ ਇਹਨਾਂ ਦੇ ਮੁਸਲਮਾਨ ਰਈਸ ਤੇ ਫਿਰ ਕਹਿਲੂਰੀਆ, ਹੰਡੂਰੀਆ, ਕਟੋਚੀਆ, ਜਸਵਾਲੀਆ, ਗੁਲੇਰ, ਚੰਬਾ, ਸੁਕੇਤ ਮੰਡੀ, ਕੁੱਲੂ, ਹਰੀਪੁਰ, ਨੂਰਪੁਰ, ਸ੍ਰੀਨਗਰ, ਕੈਂਥਲ, ਦਲੌੜ, ਚੰਦੇਲ, ਡਡਵਾਲ, ਕਰੋਲ, ਅਰਕੀ, ਭੱਜੀ ਇਹ ਪਹਾੜੀਏ ਰਿਆਸਤਾਂ ਇਹ ਕਿਤੇ ਗਿਣ ਹੁੰਦੀਆਂ ਇੰਨੀਆਂ ਸੀ। ਤੇ ਇਹਨਾਂ ਦੀ ਗੁਰਮੁਖੋ ਕਿਸੇ ਕੋਲੇ ਲੱਖ ਫੌਜ, ਕਿਸੇ ਕੋਲੇ 50,000, ਕਿਸੇ ਕੋਲੇ 20,000, ਕਿੰਨੇ ਲੱਖਾਂ ਤੱਕ ਫੌਜ ਪਹੁੰਚ ਗਈ, ਸਾਰੇ ਪਹਾੜੀ ਰਾਜੇ। ਫਿਰ ਅੱਗੇ ਦੀ ਅੱਗੇ ਮਾਲ ਗੁਜ਼ਾਰ ਹੁੰਦੇ ਆ, ਚੌਧਰੀ ਬਣਾਏ ਔਰ ਸੂਬਿਆਂ ਦੇ ਹੁਕਮ ਨਾਲ ਉਹਨਾਂ ਨੇ ਵੀ ਉਹਨਾਂ ਕੋਲੇ ਕਿਸੇ ਕੋਲੇ 100-50 ਜੋ ਕੁਝ ਕਿਤੋਂ ਇਕੱਠਾ ਹੋਇਆ ਆਪੋ ਆਪਣੇ। ਫਿਰ ਪਰਗੜਿਆਂ ਦੀਆਂ ਛੇੜਾਂ ਹੁੰਦੀਆਂ ਨੇ, ਛੇੜ ਹੁੰਦੀ ਹੈ ਜਿਵੇਂ ਪਿੰਡ ਵਿੱਚ ਇਕੱਠੇ ਕਰ ਲਏ, ਚਲੋ ਬਈ ਜਿਹੜਾ ਲੁੱਟ-ਪੁੱਟ ਹੋਊ ਤੁਸੀਂ ਲੈ ਲਿਓ, ਤੇ ਉਹ ਇਕੱਠੇ ਹੋ ਕੇ ਕੋਈ ਡਾਂਗ 'ਚ, ਕੋਈ ਸੋਟਾ, ਕੋਈ ਕੁਛ ਕਿਸੇ ਕੋਲੇ ਜੋ ਹੱਥ ਵਿੱਚ ਆਇਆ ਸ਼ਸਤਰ ਜਿਹੜਾ ਕੋਈ ਚਲਾਉਣ ਜਾਣਦਾ ਉਹਨੂੰ ਪਿੰਡਾਂ ਦੀ ਛੇੜ ਕਹਿੰਦੇ ਸਨ। ਫੌਜਾਂ ਲੈ ਕੇ ਫਿਰ ਆਨੰਦਪੁਰ ਦੇ ਆਲੇ ਦੁਆਲੇ 10 ਕੋਹ ਤੱਕ ਉਤਾਰੇ ਕਰ ਲਏ। ਇਧਰ ਸਿੱਦਕੀ ਸਿੱਖ ਵੀ ਬੇਅੰਤ ਆਪੋ ਆਪਣੇ ਘਰਾਂ ਚੋਂ ਖਰਚ ਹਥਿਆਰ ਬੰਨ ਕੇ ਸ਼ਹੀਦੀ ਲੈਣ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਕੋਲ ਆ ਪਹੁੰਚੇ। ਤੁਰਕੀ ਲਸ਼ਕਰ ਵਿੱਚ ਬੇਅੰਤ ਨਗਾਰੇ ਮਾਰੂ ਵਾਜੇ ਵੱਜਣ ਲੱਗੇ। ਪੋਥੀਆਂ ਵਿੱਚ ਇਹ ਲਿਖਿਆ ਕਿ ਉਸ ਵੇਲੇ ਜਿਹੜੀ ਬਾਹਰ ਤੁਰਕਾਂ ਦੀ ਫੌਜ ਸੀ ਉਹ 10 ਲੱਖ ਦੇ ਲਗਭਗ ਸੀ ਤੇ ਬਾਕੀ ਪਹਾੜੀਆਂ ਦੀ ਫੌਜ। ਫਿਰ ਗੁਰੂ ਸਾਹਿਬ ਦੇ ਕੋਲੇ ਉਸ ਸਮੇਂ 10,000 ਸਿੱਖ ਸੀ। ਗੁਰੂ ਸਾਹਿਬ ਨੇ ਨਿਸ਼ਚਾ ਕਰ ਲਿਆ ਕਿ ਇਹ ਸੰਸਾਰ ਅਸਾਰਪੁਰ ਹਮੇਸ਼ਾ ਰਹਿਣਾ ਨਹੀਂ। ਜੋ ਬਚਨ ਨੇ ਗੁਰਬਾਣੀ ਵਿੱਚ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕੱਛ ਬੰਦ ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਤੇ ਜਦੋਂ ਇਹ ਗੱਲ ਨਿਸ਼ਚੇ ਮੰਨੀ ਗਈ ਤਾਂ ਆਪਣਾ ਜਨਮ ਸਫਲਾ ਕਰਨ ਲਈ ਉਦਮ ਜ਼ਰੂਰ ਕਰਨਾ ਚਾਹੀਦਾ ਹੈ। ਸੋ ਇੱਕ ਤਾਂ ਜਾਪ, ਤਪ, ਸੰਜਮ, ਵਿਰਾਗ, ਵਿਵੇਕ, ਸ਼ਰਵਣ, ਮੰਨਣ, ਨਿਧ ਆਸਣ ਇਤਿਆਦਿ ਕੇ ਸਾਧਨ ਨੇ ਤੇ ਭਗਤੀ ਭਜਨ ਕਰਕੇ ਬ੍ਰਹਮ ਗਿਆਨ ਦੁਆਰਾ 84 ਲੱਖ ਜੋਨੀ ਦਾ ਜਿਹੜਾ ਆਵਾਗਾਉਣ ਹੈ ਤੋਂ ਛੁਟਕਾਰਾ ਮਿਲਦਾ ਹੈ ਔਰ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਪਦਵੀ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੁੰਦੀ ਹੈ, ਪਰ ਬ੍ਰਹਮ ਗਿਆਨੀ ਹੋਣਾ ਅਤਿਅੰਤ ਕਠਿਨ ਹੈ। ਤੇ ਇੱਕ ਹੈ ਕਿ ਰਣ ਭੂਮੀ ਵਿੱਚ ਸ਼ਤਰੂ ਨੂੰ ਮਾਰ ਕੇ ਸਾਹਮਣੇ ਮੱਥੇ ਸ਼ਸਤਰ ਨਾ ਦੇਹ ਤਿਆਗਣ ਵਾਲਾ ਪੁਰਖ ਉਹ ਸਹਿਜੇ ਹੀ ਇਸ ਪਦਵੀ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਹੜੀ ਪਦਵੀ ਨੂੰ ਬ੍ਰਹਮ ਗਿਆਨੀ ਤੇ ਜੋਗੀਸ਼ਰ ਬੜੇ ਬੜੇ ਤਰੱਦਰ ਔਰ ਸਾਧਨ ਕਰਕੇ ਪਾਉਂਦੇ ਨੇ, ਜਿਨ੍ਹਾਂ ਨੂੰ ਕੁਛ ਭੋਗਾਂ ਦੀ ਵਾਸ਼ਨਾ ਰਹਿੰਦੀ ਉਹ ਸਵਰਗ ਦੇ ਭੋਗ ਜਾਂ ਫਿਰ ਧਰਤੀ ਪ੍ਰਿਥੀ ਮੰਡਲ ਦਾ ਰਾਜ ਭੋਗ ਕੇ ਫਿਰ ਸੱਚਖੰਡ ਵਿੱਚ ਜਾ ਕੇ ਨਿਵਾਸ ਕਰਦੇ ਆ। ਵੇਦ ਸ਼ਾਸਤਰਾਂ ਵਿੱਚ ਮੁਕਤੀ ਨੂੰ ਪ੍ਰਾਪਤ ਹੋਣ ਦੇ 2 ਰਸਤੇ ਲਿਖੇ ਆ, ਇੱਕ ਚੀਟੀ ਮਾਰਗ ਹੈ ਤੇ ਦੂਜਾ ਵਿਹੰਗਮ ਮਾਰਗ ਹੈ। ਜਿਵੇਂ ਚੀਟੀ ਕਹਿੰਦੇ ਕੀੜੀ ਨੂੰ, ਕੀੜੀ ਬਹੁਤ ਔਖਿਆਈ ਨਾਲ
ਬੜੇ ਚਿਰ ਵਿੱਚ ਕਿਸੇ ਦਰਖਤ ਦੇ ਸਿਖਰ ਤੇ ਕੋਈ ਉਹਦਾ ਲੱਗਿਆ ਹੋਇਆ ਫਲ ਹੈ, ਉਸ ਰਸ ਨੂੰ ਚੱਖ ਸਕਦੀ ਹੈ। ਇਸੇ ਤਰ੍ਹਾਂ ਹੀ ਸਾਧਨਾ ਸੰਯੁਕਤ ਹੋ ਕਰਕੇ ਸਾਧਨਾ ਕਰਦਾ ਕਰਦਾ ਕੋਈ ਬਿਰਲਾ ਪੁਰਖ ਹੈ ਜਿਹੜਾ ਬ੍ਰਹਮ ਗਿਆਨ ਦੁਆਰਾ ਜਾਂ 8 ਪ੍ਰਕਾਰ ਦਾ ਯੋਗ ਸਾਧ ਕੇ ਜਿਹੜਾ ਹੈ ਮੁਕਤੀ ਪਾ ਸਕਦਾ ਹੈ। ਇਹਨੂੰ ਕਿਹਾ ਜਾਂਦਾ ਚੀਟੀ ਮਾਰਗ। ਸਾਧਨਾ ਕਰਨੀ ਸ਼ੁਰੂ ਕੀਤੀ, ਬੰਦਗੀ ਕਰਦਾ ਕਰਦਾ ਕੋਈ ਬਿਰਲਾ ਜਿਹੜਾ ਬ੍ਰਹਮ ਗਿਆਨ ਤੇ ਪਹੁੰਚੂਗਾ। ਇਸੇ ਤਰ੍ਹਾਂ ਸਿਖਰ ਤੇ ਲੱਗਿਆ ਹੋਇਆ ਫਲ ਅਗਰ ਕੀੜੀ ਨੇ ਖਾਣਾ ਹੈ, ਕੋਈ ਬਿਰਲੀ ਭਾਵੇਂ ਉਹਦੇ ਤੱਕ ਪਹੁੰਚ ਜੇ ਦਰਖਤ, ਨਹੀਂ ਤਾਂ ਰਸਤੇ ਵਿੱਚ ਰਹਿ ਜੂ, ਹੌਲੀ ਹੌਲੀ ਜਾਊ। ਦੂਜਾ ਮਾਰਗ ਹੈ ਵਿਹੰਗਮ। ਵਿਹੰਗ ਕਹਿੰਦੇ ਨੇ ਪੰਛੀ ਨੂੰ। ਹੁਣ ਟੀਸੀ ਤੇ ਲੱਗਿਆ ਫਲ, ਪੰਛੀ ਨੂੰ ਤਾਂ ਨਹੀਂ ਟਾਈਮ ਲੱਗਣਾ, ਉਡਾਰੀ ਮਾਰੀ ਜਾ ਬੈਠਾ, ਉੱਡ ਕੇ ਅੱਖ ਦੇ ਫੋਰ ਵਿੱਚ ਸੌਖਿਆਂ ਹੀ ਉਸ ਬਿਰਛ ਦੀ ਟੀਸੀ ਦੇ ਫਲ ਦਾ ਰਸ ਜਾ ਲੈਂਦਾ ਹੈ। ਇਹ ਜਿਹੜਾ ਵਿਹੰਗਮ ਇਸੇ ਤਰ੍ਹਾਂ ਜੰਗ ਦੇ ਵਿੱਚ ਸਾਹਮਣੇ ਮੱਥੇ ਜੂਝ ਕੇ ਕੇਵਲ ਮੋਕਸ਼ ਦਾ ਆਨੰਦ ਪਾਉਣਾ, ਇਹ ਵਿਹੰਗਮ ਮਾਰਗ ਹੈ। ਇਹੋ ਜਿਹੇ ਅਨੇਕਾਂ ਤਰ੍ਹਾਂ ਦੇ ਉਪਦੇਸ਼ ਸੁਣ ਕੇ ਸਰਬ ਖਾਲਸੇ ਨੂੰ ਇਹ ਮੰਗ ਹੋ ਰਹੀ ਸੀ, ਮਰਨਾ ਤਾਂ ਇੱਕ ਦਿਨ ਜ਼ਰੂਰ ਹੈ, ਤਾਂ ਤੇ ਤੁਰਕਾਂ ਨੂੰ ਮਾਰ ਕੇ ਜੰਗ ਵਿੱਚ ਸ਼ਸਤਰ ਨਾਲ ਸਾਹਮਣੇ ਮੱਥੇ ਕਿਉਂ ਨਾ ਮਰੀਏ, ਜਿੱਥੋਂ ਝਟਪਟ ਪਰਮ ਪਦ ਨੂੰ ਪ੍ਰਾਪਤ ਹੋ ਕੇ ਮੁਕਤੀ ਦਾ ਆਨੰਦ, ਅਖੰਡ ਆਨੰਦ ਹੈ ਜਿਹੜਾ ਆਨੰਦ ਕਦੇ ਟੁੱਟਦਾ ਨਹੀਂ, ਔਰ ਦੁਨੀਆ ਦੇ ਵਿੱਚ ਜਸ ਵੀ ਮਿਲਦਾ। ਜੇ ਜਿਉਂਦੇ ਰਹਿ ਗਏ ਫਤਿਹ ਮਿਲ ਗਈ ਤਾਂ ਰਾਜ ਸਾਜ ਦੇ ਸੁੱਖ ਭੋਗਾਂਗੇ। ਇਹੋ ਹੀ ਨਿਸ਼ਚਾ ਧਾਰ ਕੇ ਸਰਬ ਖਾਲਸਾ ਫਿਰ ਮਨੋਂ ਤਨੋਂ ਬਹੁਤ ਉਤਸ਼ਾਹ ਨਾਲ ਜੰਗ ਨੂੰ ਤਿਆਰ ਹੋ ਬੈਠਾ। ਫਿਰ ਤਾਂ ਆਪਸ ਵਿੱਚ ਇੱਕ ਸਿੰਘ ਦੂਜੇ ਨੂੰ ਬੜੇ ਚਾਅ ਨਾਲ ਅਨੇਕਾਂ ਪ੍ਰਸੰਗ ਸੂਰਬੀਰਾਂ ਦੇ ਸੁਣਾ ਕੇ ਜੰਗ ਕਰਨ ਦੇ ਢੰਗ ਦਾ ਰੰਗ, ਸ਼ਸਤਰ ਨੂੰ ਬਾੜ ਚੜਾਉਣੇ, ਇਸ ਤਰ੍ਹਾਂ ਹੋ ਗਏ। ਗੁਰੂ ਸਾਹਿਬ ਜੀ ਨੇ ਚੌਹਾਂ ਕਿਲਿਆਂ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਆਦਿਕ ਜਥੇਦਾਰਾਂ ਨੂੰ 4-4, 5-5 ਹਜ਼ਾਰ ਸਵਾਰ ਪਿਆਦਾ ਸੌਂਪ ਕੇ ਆਪ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਨੂੰ ਸਿੰਘਾਂ ਦੇ ਖਾਣ ਪਾਣ ਪਹਿਰਾਨ ਦੀ ਖਬਰ ਰੱਖਣ ਵਾਸਤੇ ਰੱਖਿਆ। ਬਾਹਰੋਂ ਪੁਰਖਾਂ ਤੇ ਵਸਤੂਆਂ ਦਾ ਆਉਣਾ ਜਾਣਾ ਤੁਰਕਾਂ ਨੇ ਆਨੰਦਪੁਰ ਨੂੰ ਘੇਰਾ ਪਾ ਕੇ ਬੰਦ ਕਰ ਦਿੱਤਾ ਸੀ, ਔਰ ਇਹੋ ਹੀ ਭਵਿੱਖਤ ਸੋਚ ਕੇ ਗੁਰੂ ਸਾਹਿਬ ਨੇ ਸਿੰਘਾਂ ਦੇ ਛਕਣਯੋਗ ਪਦਾਰਥ ਘਿਓ, ਤੇਲ, ਮਿੱਠਾ, ਕੱਚਾ ਪੱਕਾ, ਆਟਾ ਦਾਣਾ, ਦਾਲ, ਭਾਜੀ ਆਦਿਕ ਚੀਜ਼ਾਂ ਸਭ ਕਿਲਿਆਂ ਵਿੱਚ ਪਹਿਲਾਂ ਹੀ ਬਹੁਤ ਸਾਰੀ ਜਮ੍ਹਾਂ ਕਰ ਰੱਖੀ ਸੀ। ਸਗੋਂ ਹਰ ਕਿਲੇ ਵਿੱਚ 2-2, 3-3 ਭੱਠੀਆਂ ਛੋਲੇ ਭੁੰਨਣ ਦੀਆਂ ਵੀ ਲਵਾਤੀਆਂ ਸੀ, ਜਿਸ ਕਰਕੇ ਵੇਲੇ ਇੱਕ ਵੇਲੇ ਚਣੇ ਚੱਬ ਕੇ ਵੀ ਸਿੰਘ ਮੋਰਚਿਆਂ ਵਿੱਚ ਬੈਠੇ ਲੜਦੇ ਰਹਿਣ। ਇਸੇ ਤਰ੍ਹਾਂ ਲਾਂਗਰੀ ਤੇ ਜਲ ਲਿਆਉਣ ਵੇਲੇ ਮਾਸ਼ਕੀ ਸਿੰਘ ਵੀ ਰੱਖ ਤੇ ਤੋਪਾਂ ਕਿਲੇ ਤੇ ਬੁਰਜਾਂ ਤੇ ਵੀ ਬੀੜ ਦਿੱਤੀਆਂ। ਖਾਲਸੇ ਨੂੰ ਦਾਰੂ ਗੋਲੀ ਵਰਤਾ ਦਿੱਤੀ ਸਾਰੀ। ਉਧਰ ਉਸ ਸਮੇਂ ਮਾਤਾ ਗੁਜਰੀ ਜੀ ਨੂੰ ਡਰਾਕਲ ਮਸੰਦਾਂ ਨੇ ਤੇ ਸਾਕ ਸੰਬੰਧਾਂ ਨੇ ਗੱਲ ਸਿਖਾਈ ਕਿ ਹੁਣ ਤਾਂ ਜਿਵੇਂ ਸਮੁੰਦਰ ਵਿੱਚ ਦੁਆਰਕਾ ਹੈ, ਜਲ ਦੇ ਵਿੱਚ ਬੇੜਾ, ਇਉਂ ਆਨੰਦਪੁਰ ਬਾਦਸ਼ਾਹੀ ਸੈਨਾ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਹੈ। ਬਹੁਤ ਤੋਪਖਾਨੇ, ਜੰਬੂਰੇ ਬੀੜ ਦਿੱਤੇ। ਫੌਜ ਵੀ ਦੁਸ਼ਮਣ ਦੀ ਇੰਨੀ ਹੈ ਕਿ ਜੇਕਰ ਇੱਕ ਇੱਕ ਮੁੱਠੀ ਮਿੱਟੀ ਦੀ ਪਾਉਣ ਤਾਂ ਆਨੰਦਪੁਰ ਦਬਾ ਦੇਣਗੇ। ਇੰਦਰ ਦੇ ਹੁਕਮ ਨਾਲ ਮੇਘਾਂ ਜਿਵੇਂ ਬੱਦਲ ਆਉਂਦੇ ਆ, ਉਹ ਔਰੰਗੇ ਦੇ ਪ੍ਰੇਰੇ ਹੋਏ ਤੁਰਕਾਂ ਦਾ ਦਲ ਬਹੁਤ ਚੜ ਕੇ ਆ ਗਏ। ਮਾਤਾ ਅਜੇ ਤਾਂ ਬਚਾਅ ਕਰ ਲੈਣ ਦਾ ਵੇਲਾ ਹੈ। ਫਿਰ ਜਦੋਂ ਕਸਮਾਨ ਮੱਚ ਗਿਆ ਤਾਂ ਕੋਈ ਉਪਾਅ ਨਹੀਂ ਬਣਨਾ। ਸੋ ਮਾਤਾ ਜੀ ਤੁਸੀਂ ਗੁਰੂ ਸਾਹਿਬ ਨੂੰ ਸਮਝਾਓ ਆਨੰਦਪੁਰ ਨੂੰ ਕਿ ਲਾਲ ਲੱਗੇ ਹੋਏ ਆ, ਹੋਰ ਬਥੇਰੇ ਥਾਂ, ਹੋਰ ਨਹੀਂ ਕੋਈ ਥਾਂ, ਉੱਥੇ ਜਾ ਵੜਦੇ ਆ। ਮਾਤਾ ਜੀ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਸ ਦਿਨ ਤੋਂ ਆਨੰਦਪੁਰ ਵਸਾਇਆ ਉਸੇ ਦਿਨ ਤੋਂ ਇੱਥੇ ਕਲੇਸ਼ ਹੀ ਝੱਲੇ ਆ। ਇੱਕ ਦਿਨ ਵੀ ਸੀਲਾ ਸੌਖਾ ਸਾਹ ਨਹੀਂ ਲੈਣਾ ਮਿਲਿਆ। ਤਾਂ ਤੇ ਐਸੀ ਜਗ੍ਹਾ ਨੂੰ ਛੱਡ ਕੇ ਮਾਲਵੇ 'ਚ ਚੱਲ ਕੇ ਰਹੀਏ, ਕਿਉਂਕਿ ਉਹ ਦੇਸ਼ ਸਿਦਕੀ ਹੈ। ਮਾਲਵਾ ਗੁਰੂ ਘਰ ਦਾ ਸੱਚਾ ਸੇਵਕ ਹੈ। ਇੱਥੇ ਨੇੜੇ ਤੇੜੇ ਵੀ ਕੋਈ ਸਿੱਖ ਸੇਵਕ ਨਹੀਂ ਹੈ। ਦੂਜੇ ਦਸਾਂਤਰਾਂ ਵਿੱਚੋਂ ਆ ਕੇ ਵਿਚਾਰੇ ਸਿੱਖ ਜਿਹੜੇ ਹੈ ਉਹ ਪ੍ਰਸ਼ਾਦ ਪਦਾਰਥ ਇਤਿਆਦਿਕ ਦੇ ਕੇ ਜਾਂਦੇ।
ਤਦ ਇੱਥੇ ਕੰਮ ਚੱਲਦਾ ਹੈ। ਤੇ ਨਾਲੇ ਇੱਥੇ ਮਾਤਾ ਜੀ ਇੱਥੇ ਨਾਲੋਂ ਤਾਂ ਉੱਥੇ ਮਾਲਵੇ ਪਹੁੰਚਾਂਗੇ, ਚੌਗਣੀ ਸੇਵਾ ਹੋਊ, ਪੰਥ ਦੀ ਬ੍ਰਿਧੀ ਹੋਊ, ਗੁਰੂ ਕੀ ਮਹਿਮਾ ਪਈ ਹੋਵੇਗੀ। ਦੁੱਧ ਦਹੀਂ ਆਨਾ ਦੇ ਕੇ ਚੀਜ਼ਾਂ ਦਾ ਕਦੇ ਕੋਈ ਮੁੱਲ ਨਾ ਲਵਾਂਗੇ, ਸਭ ਆਪੇ ਆਉਣਗੀਆਂ। ਤੇ ਜੇ ਕਦੀ ਤੁਰਕ ਉੱਥੇ ਅਕਾਉਣਗੇ ਵੀ ਸਾਰਾ ਦੇਸ਼ ਤੁਹਾਡੇ ਥਾਂ ਤੇ ਐਸੇ ਆ ਕੇ ਜਾਨ ਦੇਣ ਨੂੰ ਤਿਆਰ ਹੈ, ਤੇ ਜਦੋਂ ਉਹ ਇੱਥੇ ਆ ਸਕਦੇ ਆ ਮਾਤਾ ਜੀ, ਉੱਥੇ ਕਿਉਂ ਨਹੀਂ ਸਹਾਇਕ ਹੋਣਗੇ? ਹੁਣ ਇਹਦੇ ਵਿੱਚ ਕਈ ਕਾਰਨ ਨੇ। ਜੇ ਇੰਨਾ ਮਾਲਵਾ ਦੇਖੋ ਮਹਾਰਾਜ ਦਾ ਸੰਗੀ ਸੀ, ਮਹਾਰਾਜ ਰਹੇ ਆਨੰਦਪੁਰ ਕਿਉਂ? ਕਿਉਂਕਿ ਗੁਰੂ ਸਾਹਿਬ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਆਪਣੇ ਥਾਂ ਰਹੀਏ, ਪੂਜਾ ਕਰੀ ਜਾਣਗੇ ਲੋਕ, ਪਦਾਰਥ ਆਈ ਜਾਣਗੇ ਤੇ ਛਕੀ ਛਕਾ ਕੇ ਨਾਮ ਦਾ ਉਪਦੇਸ਼ ਦੇਈ ਚੱਲਾਂਗੇ। ਮਹਾਰਾਜ ਦਾ ਮਕਸਦ ਸੀ ਦੇਸ਼ ਨੂੰ ਗੁਲਾਮੀ ਤੋਂ ਬਚਾਉਣਾ। ਆਨੰਦਪੁਰ ਦਾ ਭਾਵ ਇਹ ਸੀ, ਉਧਰ 22 ਧਾਰਾਂ ਸੀ, 22 ਰਿਆਸਤਾਂ ਸੀ ਹਿੰਦੂ ਪਹਾੜੀ ਰਾਜਿਆਂ ਦੀਆਂ, ਤੇ ਮਹਾਰਾਜ ਤਾਂ ਉਹਨਾਂ ਨੂੰ ਬਾਰ-ਬਾਰ ਇਹ ਗੱਲ ਸੀ ਕਿ ਤੁਹਾਡੇ ਕੋਲੇ ਫੌਜਾਂ, ਤੁਸੀਂ ਰਿਆਸਤਾਂ ਨੇ। ਕਿੰਨੀ ਵਾਰ ਤੇ ਭੀਮ ਚੰਦ ਨੂੰ ਕਿਹਾ ਤੁਸੀਂ ਇਕੱਠੇ ਹੋਵੋ, ਦਿੱਲੀ ਨਾਲ ਮੱਥਾ ਲਾਓ, ਤੈਨੂੰ ਬਾਦਸ਼ਾਹੀ ਦਵਾਉਂ ਦਿੱਲੀ ਦੀ। ਮਹਾਰਾਜ ਦਾ ਭਾਵ ਇਹ ਸੀ, ਬਾਰ-ਬਾਰ ਉਹ ਜਦੋਂ ਸ਼ਰਨ ਆ ਜਾਣੇ ਫਿਰ ਮਾਫ ਕਰ ਦੇਣੇ। ਗੁਰੂ ਸਾਹਿਬ ਇਹ ਕਿ ਅੱਜ ਵੀ ਕੱਲ ਵੀ ਇਸ ਗੁਲਾਮੀ ਚੋਂ ਨਿਕਲਣ, ਅਸਲ ਮਕਸਦ ਮਹਾਰਾਜ ਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਹੁਤਾ ਆਨੰਦਪੁਰ ਵਾਲੇ ਪਾਸੇ ਤਾਂ ਜ਼ੋਰ ਰੱਖਿਆ ਕਿ ਇਹ 22 ਹਿੰਦੂ ਰਾਜਿਆਂ ਦੀਆਂ ਰਿਆਸਤਾਂ ਅਗਰ ਇਕੱਠੇ ਹੋ ਕੇ ਬਗਾਵਤ ਕਰਨ ਤਾਂ ਇਸ ਦੇਸ਼ ਵਿੱਚੋਂ ਤੁਰਕਾਂ ਦਾ ਰਾਜ ਖਤਮ ਹੋਵੇ, ਹਿੰਦਵਾਸੀ ਰਾਜ ਭੋਗਣ। ਪਰ ਉਹ ਐਸੀ ਗੁਲਾਮੀ ਦਿਮਾਗ ਤੇ ਛਾਈ ਹੋਈ ਹੈ ਕਿ ਬਾਰ-ਬਾਰ ਉਹ ਜਿਹੜੇ ਹੈ ਤੁਰਕਾਂ ਦੇ ਪੈਰੀਂ ਜਾ ਕੇ ਡਿੱਗਦੇ। ਤੇ ਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਜਦੋਂ ਘੇਰਾ ਪਿਆ, ਕੁਝ ਮਸੰਦ ਡਰਾਕਲ ਜਿਹੜੇ ਤਾਂ ਕੁਝ ਐਸੇ ਇਹੋ ਜਿਹੀਆਂ ਅਨੇਕਾਂ ਗੱਲਾਂ ਬਾਤਾਂ ਮਾਤਾ ਨੂੰ ਸਿਖਾ ਕੇ ਮਾਤਾ ਜੀ ਤੋਂ ਗੁਰੂ ਸਾਹਿਬ ਨੂੰ ਇਹ ਕਹਾਇਆ ਕਿ ਅਸੀਂ ਆਨੰਦਪੁਰ ਨੂੰ, ਜਿੱਥੇ ਨਿਤ ਜੰਗ ਦੇ ਕਲੇਸ਼ ਬਣੇ ਰਹਿੰਦੇ ਆ, ਛੱਡ ਕੇ ਮਾਲਵੇ ਚੱਲ ਕੇ ਰਹੀਏ। ਨਹੀਂ ਤਾਂ ਜਿਹੜਾ ਇਹ ਟਿੱਡੀ ਦਾ ਲਾ ਉਤਰਿਆ ਨਾ, ਸਿੱਖ ਵਿਚਾਰੇ ਇਸ ਅੱਗੇ ਆਟੇ ਵਿੱਚ ਲੂਣ ਨੇ, ਕੀ ਕਰ ਸਕਦੇ ਆ? ਐਸਾ ਨਾ ਹੋਵੇ ਲੜਾਈ ਛੇੜ ਕੇ ਜਾਨ ਮਾਲ ਦਾ ਖੌ ਖੜਾ ਫੇਰ ਹੋ ਜੇ, ਫਿਰ ਭਜਦੇ ਨੱਸਦੇ ਫਿਰੀਏ, ਕਸ਼ਟ ਉਠਾਉਣੇ ਪੈਣ। ਗੁਰੂ ਸਾਹਿਬ ਬਚਨ ਹੈ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਗੁਰੂ ਸਾਹਿਬ ਕਹਿਣ ਲੱਗੇ ਮਾਤਾ ਜੀ, ਇਹ ਕੁਛ ਅੱਜ ਨਵੀਂ ਗੱਲ ਨਹੀਂ। ਜਿਨ੍ਹਾਂ ਪੁਰਸ਼ਾਂ ਨੇ ਧਰਮ ਸਥਿਰ ਰੱਖਣ ਲਈ ਦੁਨੀਆ ਪਰ ਝੰਡਾ ਚੁੱਕਿਆ ਨਾ, ਉਹਨਾਂ ਨੂੰ ਬਹੁਤੇ ਕਲੇਸ਼ ਹੀ ਹੁੰਦੇ ਆ। ਦੇਖੋ ਭਗਵਾਨ ਰਾਮ, ਕ੍ਰਿਸ਼ਨ, ਵਿਆਸ, ਵਸ਼ਿਸ਼ਟ, ਨਾਰਦ, ਪੈਗੰਬਰ, ਮੂਸਾ, ਈਸਾ ਸਭ ਕਸ਼ਟ ਪਾ ਕੇ ਸਭ ਦਾ ਭਲਾ ਕਰਦੇ ਰਹੇ ਐ। ਇਸੇ ਤਰ੍ਹਾਂ ਜੋ ਕੁਛ ਅਕਾਲ ਪੁਰਖ ਦਾ ਹੁਕਮ ਸਾਡੇ ਵਾਸਤੇ ਜੋ ਜ਼ਰੂਰ ਵਰਤੇਗਾ ਮਾਤਾ, ਅਸੀਂ ਉਹਦੀ ਆਗਿਆ ਵਿੱਚ ਮੰਨਣਾ ਉਹ ਖੁਸ਼ੀ ਆ। ਹੋਰ ਜੋ ਤੁਸਾਂ ਤੁਰਕਾਂ ਬਹੁਤੇ ਔਰ ਸਿੰਘ ਥੋੜੇ ਦੱਸਿਆ, ਜਿੱਤ ਹਾਰ ਵੀ ਕਰਤਾਰ ਦੇ ਹੱਥ ਹੈ। ਹੁਣ ਸ਼ਾਸਤਰ ਫੜ ਕੇ ਇਹਨਾਂ ਕੱਚੇ ਪਹਾੜੀਆਂ ਦੀ ਤਾਬੇਦਾਰੀ ਸਾਤੋਂ ਨਹੀਂ ਚੁੱਕੀ ਜਾਂਦੀ। ਤੁਸੀਂ ਅਕਾਲ ਪੁਰਖ ਦੇ ਰੰਗ ਵੇਖੋ ਕੀ ਕਰਦਾ ਹੈ। ਇਹਨਾਂ ਕੈਰਾਂ ਦੇ ਡਰਾਇਆਂ ਡਰਨਾ ਨਹੀਂ, ਕਿਉਂਕਿ ਡਰਿਆਂ ਵੀ ਜਿਹੜੀ ਮਾਤਾ ਭਾਵੀ ਹੈ ਨਾ, ਉਹ ਮਿਟਦੀ ਨਹੀਂ ਹੈ। ਇਹੋ ਜਿਹੇ ਸਿਦਕ ਭਰੋਸੇ ਬਹਾਦਰੀ ਦੇ ਬਚਨ ਸੁਣਾ ਕੇ ਮਾਤਾ ਨੂੰ ਧੀਰਜ ਦਿੱਤਾ। ਗੁਰੂ ਸਾਹਿਬ ਨੇ ਆਪਣੇ ਜਥੇਦਾਰਾਂ ਨੂੰ ਨਾਮ ਮਾਇਆ ਖਰਚ ਵਾਸਤੇ ਦੇ ਕੇ ਬਹੁਤ ਖੁਸ਼ ਕੀਤਾ, ਜਿਸ ਤੋਂ ਉਹਨਾਂ ਦੇ ਦਿਲ ਵੀ ਲੜਨ ਵਾਲੇ ਬਣ ਗਏ। ਜਿਉਂ-ਜਿਉਂ ਤੁਰਕੀ ਸੈਨਾ ਘਟਾਂ ਵਾਂਗੂ ਆਉਂਦੀ ਹੈ ਤੇ ਡੇਰੇ ਲਾਉਂਦੀ ਗਈ, ਤਿਉਂ-ਤਿਉਂ ਸਿੰਘਾਂ ਦੇ ਹੌਸਲੇ ਵੱਧਦੇ ਗਏ। ਜਿਵੇਂ ਮਿਰਗਾਂ ਦੇ ਸਮੁਦਾਇ ਨੂੰ ਦੇਖ ਕੇ ਸ਼ੇਰ ਵਘੇਲੇ ਚਿਤਰੇ, ਭੋਰਾ ਵੀ ਡਰ ਭੈ ਨਹੀਂ ਕਰਦੇ, ਇਸੇ ਤਰ੍ਹਾਂ ਗੁਰੂ ਕੇ ਯੋਧੇ ਵੀਰ ਰਸ ਦੀ ਉਮੰਗ ਨਾਲ ਲਾਲੋ ਲਾਲ ਹੋ ਰਹੇ ਹੈ। ਅਖੀਰ ਮੋਰਚੇ ਬੰਦੀ ਬੰਦੋਬਸਤ ਕਰਕੇ 22 ਜੇਠ 1761 ਬਿਕਰਮੀ ਨੂੰ ਸੂਬੇ ਵਜੀਦ ਖਾਂ ਤੇ ਜ਼ਬਰਦਸਤ ਖਾਂ ਨੇ ਗੁਰੂ ਕੇ ਕਿਲੇ ਪਰ ਤੋਪਾਂ ਦੇ ਗੋਲੇ ਬਰਸਾਉਣੇ ਆਰੰਭ ਕਰਤੇ। ਉਹਨਾਂ ਦੀ ਤੋਪ ਚੱਲੀ ਤਾਂ ਗੁਰੂ ਸਾਹਿਬ ਨੇ ਵੀ ਫਿਰ ਆਪਣੇ ਤੋਪਚੀ ਨੂੰ ਹੁਕਮ ਦੇਤਾ, ਜਿੱਥੇ ਜਿੱਥੇ ਤੁਰਕਾਂ ਦਾ ਝੁੰਡ ਦੇਖੋ ਗੋਲੇ ਮਾਰਦੇ ਰਹੋ, ਖਾਲੀ ਨਹੀਂ ਚਲਾਉਣਾ।
3 ਦਿਨ 3 ਰਾਤਾਂ ਦੋਹਾਂ ਪਾਸਿਆਂ ਤੋਂ ਤੋਪਾਂ ਦੀ ਅੱਗ ਵਰਦੀ ਰਹੀ, ਜਿਸ ਕਰਕੇ ਬਾਹਰ ਵਾਲਿਆਂ ਦਾ ਬਹੁਤਾ ਨੁਕਸਾਨ ਪੁੱਜਿਆ। ਭਾਵੇਂ ਉਹਨਾਂ ਨੇ ਬਥੇਰੀਆਂ ਸ਼ਿਸਤਾਂ ਬੰਨ ਕੇ ਗੁਰੂ ਕੇ ਕਿਲੇ ਤੇ ਗੋਲੇ ਮਾਰੇ, ਪਰ ਭੋਰਾ ਪਰ ਨੁਕਸਾਨ ਨਾ ਕਰ ਸਕੇ, ਕਿਉਂਕਿ ਗੁਰੂ ਕੇ ਮਕਾਨ ਚਾਰੇ ਪਾਸੇ ਟਿੱਬੀਆਂ ਸੀ। ਇਸ ਕਰਕੇ ਬਾਹਰ ਦਾ ਗੋਲਾ ਕਿਸੇ ਨੂੰ ਮਾਰ ਨਹੀਂ ਸੀ ਕਰਦਾ। ਇਸੇ ਤਰ੍ਹਾਂ 3 ਦਿਨ ਦੀ ਲੜਾਈ ਤੋਂ ਤੁਰਕਾਂ ਨੂੰ ਫਿਕਰ ਪੈ ਗਿਆ ਕਿ ਹੁਣ ਸਾਤੋਂ ਸਿੱਖ ਨਹੀਂ ਜਿੱਤੇ ਜਾਣੇ, ਪਰ ਇਸ ਗੱਲ ਨੂੰ ਜ਼ਬਰਦਸਤ ਖਾਂ ਨੇ ਪਸੰਦ ਨਾ ਕੀਤਾ, ਹਿੰਮਤ ਨਾ ਹਾਰੀ। ਅਗਲੇ ਦਿਨ ਸਵੇਰੇ ਚੁਣੇ ਹੋਏ 10,000 ਸਵਾਰ ਪਿਆਦੇ ਨਾਲ ਗੁਰੂ ਕੇ ਕਿਲੇ ਪਰ ਹੱਲਾ ਕੀਤਾ, ਪੌੜੀਆਂ ਬਾਂਸਾਂ ਦੀਆਂ ਨਾਲ ਲੈ ਲੀਆਂ। ਜਦੋਂ ਤੋਪਾਂ ਜੰਜੂਰੇ ਤੀਰ ਬੰਦੂਕਾਂ ਚਲਾਉਂਦੇ ਕਿਲੇ ਆਨੰਦਗੜ੍ਹ ਦੇ ਨੇੜੇ ਆਏ ਤਾਂ ਸਿੰਘਾਂ ਨੇ ਇੱਕੋ ਵਾਰੀ ਫਿਰ ਬੰਦੂਕਾਂ ਦੀ ਬਾੜ ਝਾੜੀ। ਜਿਵੇਂ ਪ੍ਰਚੰਡ ਪਾਉਣ ਦੇ ਮਾਰੇ ਨਾਰੀਅਲ ਡਿੱਗਦੇ ਆ ਨਾ, ਇਉਂ ਦਾੜ ਧਰਤੀ ਤੇ ਬੇਅੰਤ ਤੁਰਕ ਡਿੱਗੇ। ਦੂਜੀ ਵਾਰ ਝੜੀ ਤਾਂ ਕਿਸੇ ਫਿਰ ਅਫਸਰ ਦਾ ਹੁਕਮ ਨਹੀਂ ਸੁਣਿਆ, ਸਭ ਭੱਜ ਕੇ ਜਾਨ ਬਚਾਉਣ ਦੀ ਬਣ ਗਈ। ਪਲੋ ਪਲੀ ਵਿੱਚ ਮੈਦਾਨ ਖਾਲੀ ਕਰ ਗਏ। ਉਹਨਾਂ ਨੂੰ ਭਾਜ ਪਈ ਵੇਖ ਕੇ ਅੰਦਰੋਂ ਸਿੰਘ ਹੱਲਾ ਕਰਕੇ ਜਾ ਪਏ, ਸੈਂਕੜਿਆਂ ਨੂੰ ਧਾਇਆ। 3 ਤੋਪਾਂ, ਸ਼ਾਹੀ ਗੋਲੇ, ਬਰੂਦ ਦੀਆਂ ਪੇਟੀਆਂ ਸਮੇਤ ਬਹੁਤ ਸਾਰੇ ਜਮੂਰੇ ਘੋੜੇ ਸਿੰਘਾਂ ਦੇ ਹੱਥ ਆਏ। ਉਸ ਦਿਨ ਸਿੰਘਾਂ ਦਾ ਹੌਸਲਾ ਬਹੁਤ ਵਧਿਆ ਔਰ ਤੁਰਕਾਂ ਦੇ ਮਾਪੇ ਮਰੇ। ਫਿਰ ਇਹ ਜਿਹੜਾ ਘੇਰਾ ਕਿਵੇਂ ਚੱਲਿਆ, ਕਿਵੇਂ ਇਹਦੇ ਵਿੱਚ ਜੰਗਾਂ ਹੁੰਦੀਆਂ ਰਹੀਆਂ, ਇਹ ਪ੍ਰਸੰਗ ਆਪਾਂ ਕੱਲ ਅੱਗੇ ਪੜ੍ਹਾਂ ਸੁਣਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।